यूं ना रूठा करो, है ना, एक काली बाजी दा देखो रूठा ना करो बात नजरों की सुनो। सो मैं वही कहना, अगर रूस जाए तो ज़्यादा ना मना ले। राती ਜਦੋਂ ਸੋਣਾ ਹੈ ਤੁਸੀਂ ਸਭ ਕੁਝ ਡਿਸਕਸ ਕਰਕੇ, ਜਿਵੇਂ ਮਾਈਂਡ ਕਲੀਨ ਕਰਨਾ ਹੈ ਉੱਦਾਂ ਕਰਨਾ ਹੈ, ਜਿਵੇਂ ਤੁਸੀਂ ਕਾਰ ਕਲੀਨ ਕਰਦੇ ਹੋ ਡੇਲੀ ਆਪਣਾ ਸਬਕੌਂਸ਼ੀਅਸ ਮਾਈਂਡ ਐਂਡ ਕੌਂਸ਼ੀਅਸ ਮਾਈਂਡ ਕਲੀਨ ਕਰਕੇ ਸੋਣਾ ਹੈ। ਤੁਹਾਡੀ ਲਾਈਫ 'ਚ ਨਾ ਤੁਹਾਨੂੰ ਕਾਉਂਸਲਿੰਗ ਦੀ ਲੋੜ ਪਏਗੀ, ਯੂਰ ਬੱਚੇ ਹੈਪੀ ਹੋਣਗੇ ਐਂਡ ਤੁਸੀਂ ਵੀ ਖੁਸ਼ ਰਹੋਗੇ। ਦੈਟ ਇਜ਼ ਦੀ ਕੋਰਨਰਸਟੋਨ ਆਫ ਹੈਪੀ ਮੈਰਿਜ। ਫੋਰ ਐਗਜ਼ਾਮਪਲ ਮੈਂ ਸ਼ਾਰਟ ਟਿਪਸ ਦੇਣਾ ਹਸਬੈਂਡਸ ਨੂੰ ਕਿ ਯਾਰ ਜਦੋਂ ਵੀ ਤੁਹਾਡੀ ਵਾਈਫ ਕੰਮ ਕਰ ਰਹੀ ਹੋਵੇ ਨਾ, ਪਿੱਛੋਂ ਜਾ ਕੇ ਇੱਕ ਹੱਗ ਕਰ ਲਓ ਜਾਂ ਪਾਣੀ ਲੈ ਕੇ ਥੋੜੇ ਛੱਟੇ ਪਾ ਦਿਓ। ਉਹਦੇ ਵਿੱਚੋਂ ਜਿਹੜੇ ਤੁਹਾਨੂੰ ਜੈਸਚਰਸ ਆਣਗੇ ਨਾ, ਯੂ ਵਿਲ ਨੈਵਰ ਸੇ। 5% ਕਪਲਸ ਆਰ ਦਾ ਰੀਅਲ ਕਪਲ, ਜਿਨ੍ਹਾਂ ਨੂੰ ਆਪਾਂ ਸੀਤਾਰਾਮ ਦੀ ਜੋੜੀ ਕਹਿੰਦੇ ਆ। ਕੁਝ ਦਸ਼ਕਾਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਤੁਸੀਂ ਕਿਹਾ, ਮੈਂ ਤੁਹਾਡੀ ਗੱਲ ਨੂੰ ਵੱਡੀ ਕਰਦੀ ਹਾਂ ਵੀ ਬਿਲਕੁਲ ਸਹੀ ਸੀ ਵੀ ਜਿੱਥੇ ਤੁਸੀਂ ਜਾ ਰਹੇ ਹੋ ਉੱਥੋਂ ਮਰ ਕੇ ਹੀ ਬਾਹਰ ਆਉਣਾ। ਡਿਵੋਰਸ ਵਰਗਾ ਸ਼ਬਦ ਜਿਹੜਾ ਉਹਨੂੰ ਨੈਸ਼ ਮੰਨਿਆ ਜਾਂਦਾ ਸੀ, ਪਰ ਅੱਜ ਕੱਲ੍ਹ ਜਿਹੜਾ ਨੈਰੇਟਿਵ ਹੈ ਉਹ ਟੋਟਲੀ ਚੇਂਜ ਹੋ ਗਿਆ ਹੈ। ਤੁਸੀਂ ਕੀ ਆਬਜ਼ਰਵ ਕੀਤਾ ਹੈ ਕਾਉਂਸਲਿੰਗ ਕਰਦੇ ਹਾਂ? ਅਗਰ ਤੁਸੀਂ ਮੈਰਿਜ ਕਰਵਾਉਂਦੇ ਹੋ, ਜਿਵੇਂ ਆਪਾਂ ਟਿੱਪੜੇ ਮਿਲਾਉਂਦੇ ਹਾਂ ਫੋਰ ਐਗਜ਼ਾਮਪਲ, ਜਾਂ ਕੋਈ ਹੋਰ ਕੰਪੈਟੇਬਿਲਿਟੀ ਦੇਖਦੇ ਹਾਂ, ਸਭ ਤੋਂ ਪਹਿਲੇ ਆਈ ਵੁੱਡ ਸੇ ਕਿ ਤੁਹਾਡੀ ਇੱਕ ਸਾਈਕੋਲੋਜੀਕਲ ਕੰਪੈਟੇਬਿਲਿਟੀ ਹੁੰਦੀ ਹੈ। ਨੋਰਮਲੀ ਮੇਰੇ ਕੋਲ ਮੈਨੂੰ ਲੱਗਦਾ ਵੀ ਸਾਈਕੋਲੋਜੀਕਲ ਵੀ ਟੇਵਾ ਮਿਲਾਉਣਾ ਚਾਹੀਦਾ। ਯੈਸ, ਦੈਟ ਇਜ਼ ਮਚ ਮੋਰ ਇੰਪੋਰਟੈਂਟ। ਅੱਛਾ, ਇਹ ਤਾਂ ਜਿਹੜੇ ਬਹੁਤ ਹੀ ਤੁਸੀਂ ਕਹਿ ਲਓ ਵੀ ਪੜ੍ਹੇ ਲਿਖੇ ਫੈਮਿਲੀ ਹੈ ਵੀ ਉਹਨਾਂ ਵਾਸਤੇ ਹੁੰਦਾ। ਹੁਣ ਜੇ ਆਮ ਪਰਿਵਾਰਾਂ ਨੂੰ ਅਸੀਂ ਕਹਿ ਦਈਏ ਵੀ ਤੁਸੀਂ ਵਿਆਹ ਤੋਂ ਪਹਿਲਾਂ ਵੀ ਆਪਣਾ ਦਿਮਾਗੀ ਟੈਸਟ ਕਰਾਓ, ਤੇ ਇਹ ਤਾਂ ਕਿਤੇ ਕਿਤੇ ਕਲੇਸ਼ ਵਾਲੀ ਗੱਲ ਨਾ ਹੋ ਜਾਵੇ। ਉਹਦੇ ਕਰਕੇ ਪ੍ਰੀ ਮੈਰਿਟਲ ਜਿਹੜੀ ਹੈ ਉਹ ਇੱਕ ਇਟ ਇਜ਼ ਜਸਟ ਲਾਈਕ ਅ ਕੰਟਰੈਕਟ। ਅਗਰ ਅਸੀਂ ਇੰਡੀਆ ਲਾਅ ਦੇਖੀਏ, ਸੋ ਮੈਰਿਜ ਇਜ਼ ਕੰਸੀਡਰਡ ਟੂ ਬੀ ਅ ਕੰਟਰੈਕਟ। ਅੱਜ ਕੱਲ੍ਹ ਤੇ ਮੈਂ ਦੇਖਿਆ ਕਿ ਜਿਹੜੇ ਈਵਨ ਲਿਵ ਇਨ ਰਿਲੇਸ਼ਨਸ ਨੇ ਜਾਂ ਜਿਹੜੇ ਲਵ ਬਰਡਸ ਨੇ, ਈਵਨ ਦੇ ਕਮ ਫॉर ਕਾਉਂਸਲਿੰਗ ਐਂਡ ਦੇ ਆਰ ਵੈਰੀ ਸੀਰੀਅਸ ਅਬਾਊਟ ਇਟ। ਅੱਜ ਕੱਲ੍ਹ ਜਿਹੜੀ ਕੰਪੈਟੇਬਿਲਿਟੀ ਹੈ ਵੀ ਤੁਸੀਂ ਦੇਖੋ ਵੀ ਅਸੀਂ ਮਾਨਸਿਕ ਤੌਰ 'ਤੇ ਕਿੰਨੇ ਬਿਮਾਰ ਹੋ ਰਹੇ ਹਾਂ। ਅਸੀਂ ਸੋ ਕਾਲਡ ਇੰਟੈਲੈਕਚੁਅਲ ਹਾਂ, ਸਾਨੂੰ ਆਪਣੇ ਰਿਸ਼ਤਿਆਂ ਵਾਸਤੇ ਕਾਉਂਸਲਿੰਗ ਦੀ ਜ਼ਰੂਰਤ ਪੈ ਗਈ। ਬਟ ਆਫਟਰ ਸਮ ਟਾਈਮਸ ਇੰਡਸਟਰੀਜ਼ ਕੁਡ ਫਾਈਂਡ ਕਿ ਉਹਦੀ ਵਾਈਫ ਦੇ ਕਈਆਂ ਨਾਲ ਐਕਸਟਰਾ ਮੈਰਿਟਲ ਰਿਲੇਸ਼ਨਸ ਨੇ and that lady want to take divorce from that gentleman, but that gentleman told कि ਅਸੀਂ ਸਾਡੀ ਬੜੀ ਅੱਛੀ ਚੱਲ ਰਹੀ ਹੈ, whatever ਤੂੰ ਜਿੰਨੇ ਵੀ ਮੈਰਿਟਲ ਰਿਲੇਸ਼ਨ ਲੱਗ ਯੂ, ਮੈਨੂੰ ਸਿਰਫ ਇੱਕ ਕੰਡੀਸ਼ਨ ਚਾਹੀਦੀ ਹੈ, ਬੱਚਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ। ਕੁਝ ਮੈਂ ਇਹ ਵੀ ਸੁਜੈਸਟ ਕਰਨਾ ਕਿ ਅਗਰ ਤੁਸੀਂ ਲਾਈਫ 'ਚ ਖੁਸ਼ ਰਹਿਣਾ, ਯੂ ਨੀਡ ਟੂ ਥਿੰਗਸ, ਹਿਊਮਰ ਐਂਡ ਗਲੈਮਰ। ਡਾਕਟਰ ਸਾਹਿਬ ਦਾ ਅਨਮਿਊਟ ਸਟੂਡੀਓਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਵੈਰੀ ਮਚ, ਇਟਸ ਮਾਈ ਪਲੇਜ਼ਰ ਟੂ। ਜੀ ਡਾਕਟਰ ਸਾਹਿਬ, ਜਿਵੇਂ ਆਪਾਂ ਜਦੋਂ ਪੁਰਾਣੀਆਂ ਚੀਜ਼ਾਂ ਪੜ੍ਹਦੇ ਹਾਂ ਹੈ ਨਾ, ਜਾਂ ਜਿਹੜਾ ਆਪਣਾ ਪੁਰਾਣਾ ਪੰਜਾਬ ਦਾ ਸੱਭਿਆਚਾਰ ਹੈ, ਉਹਦੇ 'ਚ ਅਕਸਰ ਇੱਕ ਕੋਟ ਹੁੰਦਾ ਨਾ ਵੀ ਜੋੜੀਆਂ ਜੱਗ ਥੋੜੀਆਂ ਉਂਝ ਨਰੜ ਬਥੇਰੇ, ਹੈ ਨਾ, ਤੇ ਇਹ ਇਸ ਤਰ੍ਹਾਂ ਦੀ ਪਰਸੈਪਸ਼ਨ ਵੀ ਹੈ ਜੋੜੀਆਂ ਉੱਪਰੋਂ ਹੀ ਬਣ ਕੇ ਆਉਂਦੀਆਂ ਨੇ, ਹੈ ਨਾ, ਤੇ ਇਹ ਰੱਬ ਵੱਲੋਂ ਹੀ ਹੁੰਦਾ ਕੁਛ ਐਸਾ। ਤੁਸੀਂ ਇਹਨਾਂ ਤਮਾਮ ਚੀਜ਼ਾਂ ਨਾਲ ਜੁੜੇ ਹੋਏ ਹੋ, ਤੁਸੀਂ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵਾਲੇ ਜਿਹੜੇ ਰਿਸ਼ਤੇ ਨੇ ਉਹ ਕਿਹੋ ਜਿਹੇ ਸੁਖਾਵੇਂ ਰੱਖੇ ਜਾਣ, ਇਸ ਮੁਤਾਲਕ ਤੁਸੀਂ ਕਾਉਂਸਲਿੰਗ ਵੀ ਕਰਦੇ ਹੋ। ਸੋ ਤੁਹਾਡਾ ਇਹਨਾਂ ਪਰਸੈਪਸ਼ਨਸ ਮੁਤਾਲਿਕ ਕਿਹੋ ਜਿਹਾ ਐਕਸਪੀਰੀਅੰਸ ਹੈ, ਜਾਂ ਤੁਹਾਡਾ ਵੇ ਪੁਆਇੰਟ ਕੀ ਹੈ, ਤੁਹਾਡਾ ਵਿਊ ਪੁਆਇੰਟ ਕੀ ਹੈ? ਮੇਰਾ ਵਿਊ ਪੁਆਇੰਟ ਇਟ ਇਜ਼ 100% ਕਰੈਕਟ ਕਿ ਜਿਹੜੀ ਜੋੜੀਆਂ ਨੇ ਉੱਤੋਂ ਬਣ ਕੇ ਆਉਂਦੀਆਂ ਨੇ। ਬਟ ਯੈਸ, ਸਾਡਾ ਇੱਕ ਜਿਹੜਾ ਵਰਲਡ ਵਿੱਚ ਜਿਹੜਾ ਇੱਕ ਸਾਡਾ ਸਿਵਲਾਈਜੇਸ਼ਨ ਹੈ, ਸਾਡਾ ਜਿਹੜਾ ਕਲਚਰ ਹੈ, ਇੰਡੀਅਨ ਕਲਚਰ, ਇਟ ਇਜ਼ ਫੇਮਸ ਕਿ ਸਾਡੀ ਜਿਹੜੀ ਇੱਕ ਫੈਮਿਲੀ ਲਾਈਫ ਹੈ ਦੈਟ ਇਜ਼ ਵੈਰੀ ਗੁੱਡ ਜੀ। ਸਾਡੀ ਜਿਵੇਂ ਬਾਕੀ ਕੰਟਰੀਜ਼ ਵਿੱਚ ਫਟਾਫਟ ਡਾਈਵੋਰਸ ਐਂਡ ਐਵਰੀਥਿੰਗ ਹੋ ਜਾਂਦੀਆਂ ਨੇ, ਸਾਡਾ ਇੱਕ ਜਿਹੜੀ ਫੈਮਿਲੀ ਇਕੱਠ ਰਹਿੰਦੀ ਹੈ। ਬਟ ਰੀਸੈਂਟਲੀ ਕੁਛ ਈਅਰਸ 'ਚ ਆਈ ਹੈਵ ਸੀਨ ਸਪਰਟ, ਮੇਰੇ ਕੋਲ ਇੱਦਾਂ ਦੇ ਬੜੇ ਕੇਸਿਸ ਆਉਂਦੇ ਨੇ, ਹਸਬੈਂਡ ਐਂਡ ਵਾਈਫ ਦੋਨੋਂ ਕਹਿੰਦੇ ਨੇ ਜੀ ਵੀ ਆਰ ਡੇਟਿੰਗ ਫॉर 5 years, our families are well knit, we know each other since long, but ਮਹੀਨੇ ਬਾਅਦ ਹੀ they want to come for divorce. So it is astonishing। ਔਰ ਇਸ ਚੀਜ਼ ਨੂੰ ਮੈਂ ਸਟੱਡੀ ਕੀਤਾ and we conducted many surveys on national level, ਜਾਂ ਉਹਨਾਂ ਦੀ ਸਰਵੇਸ ਜਿਹੜੀ ਰਿਪੋਰਟ ਕਹਿੰਦੀਆਂ ਨੇ, ਉਹ ਕਹਿੰਦੇ ਨੇ ਜਿਹੜਾ ਡਾਈਵੋਰਸ ਰੇਟ ਇਨ ਇੰਡੀਆ it is increasing at the alarming stage. Really? And ਉਹਨਾਂ ਦੀ ਜਿਹੜੀ ਫਾਈਂਡਿੰਗ ਨੇ ਕਹਿੰਦੇ only
5% ਕਪਲਸ ਆਰ ਦਾ ਰੀਅਲ ਕਪਲ ਜਿਨ੍ਹਾਂ ਨੂੰ ਆਪਾਂ ਸੀਤਾਰਾਮ ਦੀ ਜੋੜੀ ਕਹਿੰਦੇ ਆ ਐਂਡ 80% ਜਿਹੜੇ ਪੜ੍ਹੇ ਲਿਖੇ ਵਰਕਿੰਗ ਕਪਲਸ ਨੇ ਉਹਨਾਂ ਵਿੱਚ there is a lot of disagreement the reason is this ਕਿ ਬੇਸਿਕਲੀ ਕੀ ਹੁੰਦਾ ਹੈ ਕਿ ਪਹਿਲੇ ਨਾ ਜਿਹੜਾ ਹਸਬੈਂਡ ਸੀ that used to be sole earner member ਐਂਡ ਲੇਡੀਜ਼ ਵਿੱਚ ਨਾ ਉਹਨਾਂ ਨੇ ਮਾਪਿਓ ਸਿਖਾਉਂਦੇ ਸੀਗੇ ਕਿ ਯੂ ਹੈਵ ਟੂ ਲੁੱਕ ਆਫਟਰ ਦਾ ਹਾਊਸ ਚੋਰਸ ਤਾਂ ਉਸ ਕਰਕੇ ਉਹਨਾਂ 'ਚ ਇੱਕ ਪੇਸ਼ੈਂਸ ਵੀ ਸੀ ਹੈ ਨਾ ਐਂਗਜ਼ਾਈਟੀ ਵੀ ਨਹੀਂ ਸੀ ਬਟ ਆਫ ਲੇਟ ਮੈਂ ਦੇਖਿਆ ਕੁੜੀਆਂ ਪੜ੍ਹ ਲਿਖ ਗਈਆਂ ਵੂਮਨ ਲਿਵ ਦੀ ਗੱਲ ਕਰਦੀਆਂ ਨੇ ਐਂਡ ਆਫ ਕੋਰਸ ਦੇ ਆਰ ਰਾਈਟ ਆਲਸੋ ਕਿ ਉਹ ਵੀ ਕੰਮ ਕਰਕੇ ਆਉਂਦੀਆਂ ਨੇ ਦੇ ਆਰ ਆਲਸੋ ਟਾਇਰਡ ਅਤੇ ਨੈਚੁਰਲੀ ਜਿਹੜੇ ਹਸਬੈਂਡਸ ਨੇ ਉਹਨਾਂ ਦਾ ਜੇ ਮਾਈਂਡ ਸੈਟ ਚੇਂਜ ਨਹੀਂ ਹੋਇਆ ਜੀ ਲੇਡੀਜ਼ ਉਹਨਾਂ 'ਚ ਅਪਲਿਫਟਮੈਂਟ ਆਈ ਹੈ ਐਂਡ ਅਜੇ ਵੀ ਜਿਹੜੀ ਉਹ ਇੱਕ ਕਹਿ ਲਓ ਕਿ ਜੋ ਵੀ ਘਰ ਦਾ ਕੰਮ ਹੈ ਸ਼ੇਅਰਿੰਗ ਨਾਲ ਹੋਣਾ ਚਾਹੀਦਾ ਹੈ ਹਸਬੈਂਡਸ ਦਾ ਮਾਈਂਡ ਸੈਟ ਅਜੇ ਵੀ ਨਹੀਂ ਚੇਂਜ ਹੋਇਆ ਐਂਡ ਇਸ ਨੂੰ ਕਹਿ ਲਓ ਕਿ ਇੱਕ ਤੇ ਕਲੇਲਾ ਉੱਤੇ ਨੀਮ ਚੜਾ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਦਾ ਮਾਈਂਡ ਸੈਟ ਨਹੀਂ ਚੇਂਜ ਹੋਏਗਾ ਦੂਜਾ ਕਿ ਘਰ ਦੇ ਖਰਚੇ ਬਹੁਤ ਜ਼ਿਆਦਾ ਹੋ ਗਏ ਨੇ ਕੁੜੀਆਂ ਪੜ੍ਹੀਆਂ ਲਿਖੀਆਂ ਹੋ ਗਈਆਂ ਨਾ ਦੇ ਡੋਂਟ ਵਾਂਟ ਟੂ ਸਟੇ ਐਟ ਹੋਮ ਐਂਡ ਉਹ ਵੀ ਚਾਹੁੰਦੇ ਨੇ ਕਿ ਅਸੀਂ ਕੁਝ ਕੰਮ ਕਰੀਏ ਉਹਨਾਂ ਦੇ ਹਸਬੈਂਡਸ ਐਂਡ ਇਨ ਲੋਜ਼ ਵੀ ਚਾਹੁੰਦੇ ਨੇ ਬਟ ਦੇ ਆਰ ਨੋਟ ਰੈਡੀ ਟੂ ਕੰਪਰੋਮਾਈਜ਼ ਪਰ ਡਾਕਟਰ ਸਾਹਿਬ ਜਿਹੜਾ ਮਸਲਾ ਹੈ ਉਹ ਕੱਲਾ ਇੰਨਾ ਕੁ ਤਾਂ ਗੱਲ ਇੱਥੇ ਤਾਂ ਮੁੱਕਦੀ ਨਹੀਂ ਹੈ ਵੀ ਆਪਸ 'ਚ ਵੀ ਕੰਮ ਸ਼ੇਅਰਿੰਗ ਕਰਕੇ ਕਰ ਲਿਆ ਜਾਵੇ ਜਾਂ ਕੁੜੀਆਂ ਪੜ੍ਹੀਆਂ ਲਿਖੀਆਂ ਹੋ ਗਈਆਂ ਅਤੇ ਉਹ ਨੌਕਰੀ ਕਰ ਲੈਣ ਵੀ ਘਰ ਦੇ ਵਿੱਚ ਅਰਥ ਵਿਵਸਥਾ ਜਿਹੜੀ ਹੈ ਫਾਈਨੈਂਸ਼ੀਅਲ ਕੰਡੀਸ਼ਨ ਹੈ ਜਿਹੜੀ ਉਹ ਥੋੜ੍ਹੀ ਜਿਹੀ ਸੈੱਟ ਹੋ ਜੇ ਪਰ ਇਸ ਤੋਂ ਕਿਤੇ ਵੱਡਾ ਮੁੱਦਾ ਹੈ 2-3 ਚੀਜ਼ਾਂ ਨੇ ਹਿਊਮਨ ਸਾਈਕੀ ਦੇ ਵਿੱਚ ਜਿਹੜੀ ਮੈਂ ਦੇਖਦੀ ਹਾਂ ਕਈ ਵਾਰ ਹਸਬੈਂਡਸ ਨੂੰ ਇਨਸਿਕਿਉਰਿਟੀ ਹੋ ਜਾਂਦੀ ਹੈ ਵੀ ਸਾਡੀ ਵਾਈਫ ਗੁੱਡ ਲੁਕਿੰਗ ਹੈ ਵੀ ਇਹ ਮਤਲਬ ਬਾਹਰ ਨਾ ਜਾਵੇ ਜਾਂ ਇਹ ਲੋਕਾਂ ਦੇ ਕੰਟੈਕਟ 'ਚ ਆਊਗੀ ਵੀ ਪਤਾ ਨਹੀਂ ਕੀ ਹੋ ਜਾਊਗਾ ਜਾਂ ਫਿਰ ਦੂਸਰਾ ਇੱਕ ਹੋਰ ਵੀ ਹੁੰਦਾ ਵੀ ਜੇ ਇਹ ਇੰਟੈਲੀਜੈਂਟ ਹੈ ਇਹ ਪੈਸੇ ਵੀ ਕਮਾ ਰਹੀ ਹੈ ਵੀ ਇਹ ਕਿਤੇ ਮੇਰੇ ਤੋਂ ਉੱਪਰਲੀ ਪੋਜੀਸ਼ਨ 'ਤੇ ਨਾ ਚਲੇ ਜਾਵੇ ਤਾਂ ਵੀ ਇਹਦਾ ਰੁਤਬਾ ਜਿਹੜਾ ਮੇਰੇ ਤੋਂ ਜ਼ਿਆਦਾ ਨਾ ਹੋ ਜਾਵੇ ਮਤਲਬ ਇੱਕ ਪੰਗਾ ਨਹੀਂ ਹੈ ਜਿਹੜੀ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਨੇ ਹੈ ਨਾ ਵੀ ਇਹਨਾਂ ਨੂੰ ਡਿਫਰੈਂਟ ਉੱਤੇ ਜਾ ਕੇ ਆਪਾਂ ਨੂੰ ਸਟੇਜ 'ਤੇ ਜਾ ਕੇ ਸਰਵ ਕਰਨ ਦੀ ਜ਼ਰੂਰਤ ਹੈ ਔਰ ਘੋਖਣ ਪੜਤਾਲਣ ਦੀ ਜ਼ਰੂਰਤ ਹੈ ਯੈਸ ਆਈ ਐਗਰੀ ਵਿਦ ਯੂ ਅਜੇ ਮੈਂ ਪੂਰੀ ਗੱਲ ਆਪਣੀ ਕੰਪਲੀਟ ਨਹੀਂ ਕੀਤੀ ਬਟ ਆਈ ਐਮ ਥੈਂਕ ਯੂ ਕਿ ਯੂ ਹੈਵ ਕੰਪਲੀਟਡ ਜੋ ਮੈਂ ਕਹਿਣਾ ਚਾਹੁੰਦਾ ਸੀਗਾ ਬਟ ਡੈਫੀਨੇਟਲੀ ਉਸ ਕਰਕੇ ਕੀ ਹੈ ਇੱਕ ਡਿਫਰੈਂਸ ਆਫ ਓਪੀਨੀਅਨ ਇਜ਼ ਬੀਇੰਗ ਆਰਟੀਕੂਲੇਟਡ ਇਨ ਸੱਚ ਏ ਵੇ ਉਸ ਕਰਕੇ ਦੋਨਾਂ 'ਚ ਕੜਵਾ ਇੱਟ ਆ ਜਾਂਦੀ ਹੈ ਜਿਹੜੀ ਤੁਸੀਂ ਵੀ ਮੁੱਦੇ ਉਠਾਏ ਬਿਲਕੁਲ ਹਕੀਕਤ ਹੈ ਉਸ ਕਰਕੇ ਮੈਂ ਦੇਖਿਆ ਡਾਈਵੋਰਸ ਲੈ ਲਓ ਜਾਂ ਇੱਦਾਂ ਦੀ ਇੱਕ ਜਿਹੜੀ ਕਿ ਮਤਲਬ ਜਿਹਨੂੰ ਕਹਿੰਦੇ ਆਪਾਂ ਸੁਖਵਾ ਮਾਹੌਲ ਨਹੀਂ ਰਹਿੰਦਾ ਫੈਮਿਲੀ 'ਚ ਦੈਟ ਇਜ਼ ਔਨ ਦਾ ਇਨਕਰੀਜ਼ ਬਿਲਕੁਲ ਡਾਕਟਰ ਸਾਹਿਬ ਜਿਵੇਂ ਆਪਾਂ ਦੇਖਦੇ ਹਾਂ ਵੀ ਜਿਹੜੇ ਵੱਡੇ ਮੈਟਰੋ ਸਿਟੀਜ਼ ਨੇ ਜਾਂ ਅੱਜ ਕੱਲ੍ਹ ਜਿਵੇਂ ਲੋਕਾਂ ਦੀ ਸਾਈਕੀ ਹੋ ਰਹੀ ਹੈ ਪ੍ਰੋਫੈਸਰ ਮੋਹਨ ਸਿੰਘ ਦਾ ਇੱਕ ਕਥਨ ਹੈ ਕਿ ਪੜ੍ਹ ਪੁਸਤਕ ਢੇਰ ਕੁੜੇ ਮੇਰਾ ਵੱਧਦਾ ਜਾਏ ਹਨੇਰ ਕੁੜੇ ਕੁਛ ਅਜਬ ਇਲਮ ਦੀਆਂ ਜਿੱਦਾਂ ਨੇ ਮੈਨੂੰ ਮਾਰਿਆ ਕਿਉਂ ਕੀ ਕਿੱਦਾਂ ਨੇ ਜਦੋਂ ਆਪਾਂ ਕੁਐਸਚਨ ਮਾਰਕਸ ਵਿੱਚ ਫਸ ਗਏ ਹਾਂ ਜ਼ਿਆਦਾ ਪੜ੍ਹ ਲਿਖ ਗਏ ਹਾਂ ਤਾਂ ਸਾਨੂੰ ਹਰ ਗੱਲ ਦੇ ਵਿੱਚ ਇੰਟੈਰੋਗੇਸ਼ਨ ਕਰਨ ਦੀ ਆਦਤ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਇਹ ਸਮੱਸਿਆ ਬਣਦੀ ਹੈ ਸਾਡੀ ਮੈਰਿਟਲ ਲਾਈਫ ਦੇ ਵਿੱਚ ਔਰ ਜਿਹੜਾ ਸਭ ਤੋਂ ਵੱਡਾ ਜਿਹੜਾ ਖਤਰਾ ਮੰਡਰਾ ਰਿਹਾ ਹੈ ਲੋਕਾਂ ਦੇ ਵਿਆਹੁਤਾ ਜ਼ਿੰਦਗੀਆਂ ਦੇ ਵਿੱਚ ਉਹ ਹੈ ਐਕਸਟਰਾ ਮੈਰਿਟਲ ਅਫੇਅਰਸ ਮਤਲਬ ਐਕਸਟਰਾ ਮੈਰਿਟਲ ਅਫੇਅਰ ਦੀ ਜ਼ਰੂਰਤ ਕਿਉਂ ਪੈਂਦੀ ਹੈ ਕਿਉਂ ਹਸਬੈਂਡ ਕਿਸੇ ਹੋਰ ਨਾਲ ਇਨਵੋਲਵ ਹੋ ਜਾਂਦਾ ਹੈ ਜਾਂ ਵਾਈਫ ਨੂੰ ਇੱਦਾਂ ਦੀ ਕੀ ਘਾਟ ਲੱਗਦੀ ਹੈ ਹਾਲਾਂਕਿ ਬੇਸ਼ੱਕ ਉਹਦੀ ਲਵ ਮੈਰਿਜ ਵੀ ਹੋਵੇ ਉਸ ਨੂੰ ਕੀ ਘਾਟ ਲੱਗਦੀ ਹੈ ਵੀ ਉਹ ਕਿਸੇ ਵੱਲ ਅਟਰੈਕਟ ਹੋ ਗਈ ਹਾਲਾਂਕਿ ਕੁਝ ਦਸ਼ਕਾਂ ਪਹਿਲਾਂ ਦੀ ਮੈਂ ਗੱਲ ਕਰਾਂ ਤਾਂ ਜਿਵੇਂ ਤੁਸੀਂ ਕਿਹਾ ਮੈਂ ਤੁਹਾਡੀ ਗੱਲ ਨੂੰ ਵੱਡੀ ਕਰਦੀ ਹਾਂ ਵੀ ਬਿਲਕੁਲ ਸਹੀ ਸੀ ਵੀ ਜਿੱਥੇ ਤੁਸੀਂ ਜਾ ਰਹੇ ਹੋ ਉੱਥੋਂ ਮਰ ਕੇ ਹੀ ਬਾਹਰ ਆਉਣਾ ਡਿਵੋਰਸ ਵਰਗਾ ਸ਼ਬਦ ਜਿਹੜਾ ਉਹਨੂੰ ਨੈਸ਼ ਮੰਨਿਆ ਜਾਂਦਾ ਸੀ ਪਰ ਅੱਜ ਕੱਲ੍ਹ ਜਿਹੜਾ ਨੈਰੇਟਿਵ ਹੈ ਉਹ ਟੋਟਲੀ ਚੇਂਜ ਹੋ ਗਿਆ ਹੈ ਤੁਸੀਂ ਕੀ ਅਬਜ਼ਰਵ ਕੀਤਾ ਹੈ ਕਾਉਂਸਲਿੰਗ ਕਰਦੇ ਹਾਂ ਬਿਲਕੁਲ ਠੀਕ ਕਹਿ ਰਹੇ ਹੋ ਅੱਜ ਕੱਲ੍ਹ ਕੀ ਹੈ ਕਿ ਜਿਹੜੀ ਕੁੜੀਆਂ ਨੇ ਉਹ ਵੀ ਬਰਾਬਰ ਦੇ ਰਾਈਟਸ ਮੰਗਣਾ ਚਾਹੀਦੇ ਐਂਡ ਦੇ ਆਰ ਰਾਈਟ ਆਲਸੋ ਅਲਟੀਮੇਟਲੀ ਜਿਵੇਂ ਅਸੀਂ ਪਹਿਲੇ ਆਪਣੀ ਕੁੜੀਆਂ ਨੂੰ ਸਿਖਾਉਂਦੇ ਸੀ ਯੂ ਹੈਵ ਟੂ ਕੰਪਰੋਮਾਈਜ਼ ਜੀ ਆਈ ਡਿਸਐਗਰੀ ਅਗਰ ਤੁਸੀਂ ਮਰ ਕੇ ਹੀ ਕਿਧਰੇ ਕੰਪਰੋਮਾਈਜ਼ ਕਰਨਾ ਦੈਟ ਇਜ਼ ਨੋਟ ਅ ਕੰਪਰੋਮਾਈਜ਼ ਦੈਟ ਇਜ਼ ਯੂਅਰ ਤੁਸੀਂ ਆਪਣੇ ਆਪ ਨੂੰ ਜਿੰਦੇ ਜੀ ਮਾਰ ਰਹੇ ਹੋ ਸੋ ਬੇਸਿਕਲੀ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਦੂਜੇ ਨਾਲ ਮੈਰਿਡ ਨਹੀਂ ਹੁੰਦੇ ਇੱਕ ਨੈਚੁਰਲ ਅਟਰੈਕਸ਼ਨ ਹੁੰਦੀ ਹੈ ਬਟ ਵੈਨ ਯੂ ਹੈਵ ਟੂ ਲਿਵ ਟੂਗੈਦਰ ਉਹਦੇ ਲਈ ਵੀ ਹੈਵ ਸਮ ਕੰਪੈਟੇਬਿਲਿਟੀ ਚਾਰਟਸ ਉਹਦੇ ਲਈ ਕੀ ਹੈ ਕਿ ਬਿਫੋਰ ਸਮਵਨ ਗੈਟਸ ਮੈਰਿਡ ਐਟਲੀਸਟ ਆਈ ਐਮ ਆਫ ਦਾ ਫਰਮ ਬਿਲੀਵ ਕਿ ਅਗਰ ਤੁਸੀਂ ਮੈਰਿਜ ਕਰਵਾਉਂਦੇ ਹੋ ਜਿਵੇਂ ਆਪਾਂ ਟਿੱਪੜੇ ਮਿਲਾਉਂਦੇ ਹਾਂ ਫੋਰ ਐਗਜ਼ਾਮਪਲ ਜਾਂ ਕੋਈ ਹੋਰ ਕੰਪੈਟੇਬਿਲਿਟੀ ਦੇਖਦੇ ਹਾਂ ਸਭ ਤੋਂ ਪਹਿਲੇ ਆਈ ਵੁੱਡ ਸੇ ਕਿ ਤੁਹਾਡੀ ਇੱਕ ਸਾਈਕੋਲੋਜੀਕਲ ਕੰਪੈਟੇਬਿਲਿਟੀ ਹੁੰਦੀ ਹੈ ਨੋਰਮਲੀ ਮੇਰੇ ਕੋਲ ਮੈਨੂੰ ਲੱਗਦਾ ਵੀ ਸਾਈਕੋਲੋਜੀਕਲ ਵੀ ਟੇਵਾ ਮਿਲਾਉਣਾ ਚਾਹੀਦਾ ਯੈਸ ਦੈਟ ਇਜ਼ ਮਚ ਮੋਰ ਇੰਪੋਰਟੈਂਟ ਸੱਚ ਮੋਰ ਇੰਪੋਰਟੈਂਟ ਬਿਕੋਜ਼ ਆਈ ਡੂ
ਪ੍ਰੀ ਮੈਰਿਟਲ ਕਾਉਂਸਲਿੰਗ ਐਸ ਵੈਲ ਐਸ ਪੋਸਟ ਮੈਰਿਜ ਕਾਉਂਸਲਿੰਗ। ਸੋ ਬੇਸਿਕਲੀ ਜਦੋਂ ਅਸੀਂ ਉਹ ਕੰਪੈਟੀਬਿਲਿਟੀ ਚਾਰਟ ਦੇਖਨੇ ਆ, ਸੋ देयर ਆਰ ਸਮ ਸਰਟਨ ਮਿਸਮੈਚ। ਬੇਸਿਕਲੀ ਕੀ ਹੁੰਦਾ ਕਿ ਤੁਸੀਂ ਸੁਣਿਆ ਹੋਏਗਾ, ਫਿਜ਼ਿਕਸ ਦੀ ਕਹਾਵਤ ਹੈ ਕਿ ਆਪੋਜ਼ਿਟ ਪੋਲਸ ਅਟਰੈਕਟ ਈਚ ਅਦਰ। ਸੋ ਬੇਸਿਕਲੀ ਕਿ ਅਗਰ ਦੋਨਾਂ ਦੀ ਨੇਚਰ ਇੱਕੋ ਜਿਹੀ ਹੋਵੇ, ਫੋਰ ਐਗਜ਼ਾਮਪਲ ਦੋਨੋਂ ਗੁੱਸੇ ਵਾਲੇ ਹੋਣ ਜਾਂ ਦੋਨੋਂ ਉਸ ਤੋਂ ਆਪੋਜ਼ਿਟ ਹੋਣ, ਡਿਪਰੈਸ਼ਨ ਦੇ ਜਾਂ ਕੁਝ ਐਂਗਜ਼ਾਈਟੀ ਦੇ ਹੋਣ, ਉਹ ਦੋਨੋਂ ਜਿਹੜੇ ਘੜੇ ਨੇ ਉਹ ਖੜਕਣਗੇ। ਅਗਰ ਖੜਕਣ ਹੋਣਗੇ, ਫੈਮਿਲੀ ਕਿੱਥੇ ਲਾਈਫ ਹੋਗੀ। ਅਗਰ ਚੱਲ ਵੀ ਪਈ, ਬੱਚਿਆਂ ਤੋਂ ਆਏਗਾ। ਸੋ ਕਦੀ ਨਾ ਕਦੀ ਉਹ ਖੜਕਣਗੇ ਭਾਂਡੇ, ਔਰ ਉਹਨਾਂ 'ਚ ਅਗਰ ਉਹ ਰਹਿ ਵੀ ਰਹੇ ਨੇ, ਉਹਨਾਂ ਦਾ ਸਿਚੁਏਸ਼ਨ ਇਹੋ ਜਿਹੀ ਹੋਏਗੀ ਕਿ ਮਤਲਬ ਪੜੋਸੀਆਂ ਦਾ ਜਿਹੜਾ ਨਾ ਐਂਟਰਟੇਨਮੈਂਟ ਵਿਦਆਊਟ ਟਿਕਟ ਹੋਏਗਾ। ਡਾਕਟਰ ਸਾਹਿਬ ਤੁਹਾਡੀ ਗੱਲ ਵਿਚਾਲੇ ਹੈ, ਇਸ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ। ਮੈਂ ਭੁੱਲ ਨਾ ਜਾਵਾਂ, ਮੇਰੇ ਮਨ ਦੇ ਵਿੱਚ ਜਿਹੜਾ ਖਿਆਲ ਆਇਆ ਉਹ ਇਹ ਵੀ, ਜਿਵੇਂ ਤੁਸੀਂ ਕਿਹਾ ਮੈਂ ਵੀ ਪ੍ਰੀ ਮੈਰਿਟਲ ਜਿਹੜੇ ਨੇ ਉਹ ਕਾਉਂਸਲਿੰਗਸ ਵੀ ਕਰਦਾ, ਤਾਂ ਟੀਵੀ ਮਿਲਾਉਂਦੇ ਲੋਕ ਸੁਣੇ ਆ, ਮਤਲਬ ਤੁਹਾਡੇ ਕੋਲ ਕੁਝ ਇਸ ਤਰ੍ਹਾਂ ਦੇ ਲੋਕ ਆਉਂਦੇ ਆ ਵੀ ਸਾਡਾ ਆਪਸ 'ਚ ਦੇਖੋ ਕੰਪੈਟੇਬਿਲਿਟੀ ਕਿੰਨੀ ਹੈ, ਇਹ ਸੱਚੀ 'ਚ ਇੱਦਾਂ ਹੁੰਦਾ? ਤੁਹਾਡੇ ਕੋਲ ਕਿੰਨੇ ਕੇਸਿਸ ਆਏ? ਕੁਝ ਇੱਕਾ ਦੁੱਕਾ ਸ਼ੇਅਰ ਕਰੋ। ਇਹ ਬੜੇ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ। ਆਈ ਸਟਿਲ ਰਿਮੈਂਬਰ, ਮੇਰੇ ਕੋਲ ਅਜੇ 3 ਕੁ ਮਹੀਨੇ ਪਹਿਲੇ ਇੱਕ ਬੜੇ ਹੀ ਵੈਲ ਟੂ ਡੂ ਫੈਮਿਲੀ ਹੈ, ਆਈ ਵੁੱਡ ਨੋਟ ਲਾਈਕ ਟੂ ਕੋਟ देयर ਨੇਮ। ਸੋ ਉਹਨਾਂ ਦੀ ਬੱਚਿਆਂ ਦੀ ਮਤਲਬ ਆਪਸ ਅੱਛੀ ਕੰਪੈਟੇਬਿਲਿਟੀ ਸੀ ਜੀ। ਔਰ ਜਦੋਂ ਉਹਨਾਂ ਦੀ ਮੈਰਿਜ ਡੇਟ ਫਿਕਸ ਹੋਈ, ਸੋ ਮੈਰਿਜ ਦੀ ਡੇਟ ਤੋਂ ਪਹਿਲੇ ਇੱਕੋਦਮ ਮਤਲਬ ਬੇਸਿਕਲੀ ਉਹ ਬੜੇ ਫਾਰਵਰਡ ਲੁਕਿੰਗ ਸੀ, ਦੇ ਨੈਵਰ ਵਾਂਟਡ ਰੋਕਾ ਸ਼ੋਕ ਐਂਡ ਐਵਰੀਥਿੰਗ। ਉਹ ਕਹਿੰਦੇ ਸੀ ਸਿੱਧੇ ਇਹਨਾਂ ਦੀ ਮੈਰਿਜ ਕਰਵਾਉਣੀ ਹੈ। ਸੋ ਬਿਫੋਰ ਦੀ ਇਮੀਡੀਏਟਲੀ ਮੈਰਿਜ ਉਹਨਾਂ 'ਚ ਕੁਝ ਝਗੜਾ ਹੋ ਗਿਆ। ਸੋ ਉਸ ਤੋਂ ਬਾਅਦ ਦੇ ਕੇਮ ਟੂ ਆਸ ਕਿ ਸਰ ਕੀ ਕਰੀਏ। ਮੈंने कहा ਇਹਦਾ ਦੇਖੋ ਤੁਸੀਂ ਜਿਹੜੇ ਟੀਵੀ ਦੇ ਚੱਕਰ 'ਚ ਪੈ ਗਏ ਨੇ, ਇਟਸ ਬੈਟਰ ਕਿ ਤੁਸੀਂ ਕੋਈ ਸਾਈਕੋਲੋਜੀਕਲ ਟੈਸਟਿੰਗ ਵਗੈਰਾ ਕਰਾਓ। ਸੋ ਉਹ ਥੋੜ੍ਹੀ ਨੇ ਆਰਥੋਡਾਕਸ ਫੈਮਿਲੀ ਸੀਗੀ, ਆਫ ਕੋਰਸ ਦੇ ਵਰ ਐਡਵਾਂਸ ਵੈਰੀ ਰਿਚ, ਬਟ ਅਲਟੀਮੇਟਲੀ ਮੇਰੇ ਕਾਉਂਸਲ ਕਰਨੇ ਤੇ ਉਹ ਸਮਝ ਗਏ। ਸੋ ਅਲਟੀਮੇਟਲੀ ਮੈਂ ਜਦੋਂ ਕੰਪੈਟੇਬਿਲਿਟੀ ਦੇਖੀ, ਸੋ ਜਿਹੜਾ ਹਸਬੈਂਡ ਸੀਗਾ ਹੀ ਵਾਜ਼ ਅ ਪੇਸ਼ੈਂਟ ਆਫ ਡਿਪਰੈਸ਼ਨ, ਐਂਡ ਜਿਹੜੀ ਕੁੜੀ ਸੀਗੀ ਉਸਨੂੰ OCD ਸੀਗਾ। OCD ਕੈਸੀ ਬਿਮਾਰੀ ਹੁੰਦੀ ਹੈ? ਵਹਿਮਾਂ ਦੀ ਬਿਮਾਰੀ। ਔਰ ਡਿਪਰੈਸ਼ਨ ਦੀ ਬਿਮਾਰੀ ਐਸੀ ਹੁੰਦੀ ਹੈ ਜਿਹਦੇ 'ਚ ਆਦਮੀ ਨਾ ਆਪਣੀ ਪਰਫਾਰਮੈਂਸ ਨਹੀਂ ਦੇ ਸਕਦਾ, ਕੁਝ ਕੁੱਟਿਆ ਰਹਿ ਸਕਦਾ ਹੈ। ਔਰ ਉਹਨਾਂ 'ਚ ਇਹ ਵੀ ਓਬਜ਼ਰਵ ਕੀਤਾ ਕਿ ਇਹ ਉਹਨਾਂ ਤੋਂ ਜ਼ਿਆਦਾ ਪੁਰਾਣੀ ਨਹੀਂ ਸੀ, ਇਹ ਕੁਝ ਰੀਸੈਂਟ ਕੁਝ ਇਨਸੀਡੈਂਟਸ ਹੋਏ ਸੀ ਉਹਨਾਂ ਦੇ ਬਿਜ਼ਨਸ ਨੂੰ ਲੈ ਕੇ, ਕੋਈ ਪਰਸਨਲ ਫੈਮਿਲੀ ਲੈ ਕੇ। ਸੋ ਦੈਨ ਆਈ ਸੁਜੈਸਟਡ ਕਿ ਇੰਸਟੈਡ ਆਫ ਗੋਇੰਗ ਫॉर ਮੈਰਿਜ ਇਟਸ ਬੈਟਰ ਯੂ ਪੋਸਟਪੋਨ। ਕੀ ਤੁਸੀਂ ਕੋਈ ਇਸ ਤਰ੍ਹਾਂ ਦਾ ਪਰਫਾਰਮਾ ਬਣਾਇਆ ਜਿਹਦੇ ਵਿੱਚ ਉਹਨਾਂ ਦੀ ਲਾਈਫ ਜਿਹੜਾ ਉਹਨਾਂ 'ਚ ਕਿਸ ਤਰ੍ਹਾਂ ਦੀ ਖੂਬੀਆਂ ਖਾਮੀਆਂ ਨੇ, ਜਾਂ ਉਹਨਾਂ ਦੇ ਟੇਸਟ ਐਂਡ ਪ੍ਰੈਫਰੈਂਸਸ ਮਿਲਦੇ ਆ ਕਿ ਨਹੀਂ? ਤਾਂ ਕੁਝ ਇਸ ਤਰ੍ਹਾਂ ਦਾ ਦੱਸੋ। ਯੈਸ, ਸਾਡਾ ਕੋਲ ਇੱਕ ਕੋਗਨੀਟਿਵ ਬਿਹੇਵੀਅਰ ਐਨਾਲਿਸਿਸ ਟੈਸਟ ਹੈ। ਉਹਦੇ 'ਚ ਪਰਸਨੈਲਿਟੀ, ਤੁਹਾਡੀ ਲੀਡਰਸ਼ਿਪ ਸਟਾਈਲਸ, ਤੁਹਾਡੇ ਕਮਿਊਨੀਕੇਸ਼ਨ ਸਟਾਈਲਸ, ਤੁਹਾਡੇ ਹੋਰ ਕਾਫੀ ਇੱਦਾਂ ਦੇ ਨਾ 12-13 ਟੈਂਪਰਾਮੈਂਟਸ ਨਿਕਲ ਜਾਂਦੇ ਨੇ। ਉਹ ਅਗਰ ਦੇਖੋ ਦੋਨੋਂ ਗੁੱਸੇ ਵਾਲੇ ਹੋਣਗੇ, ਨੈਚੁਰਲੀ ਦੋਨਾਂ ਨੂੰ ਇੱਕ ਮਾਈਂਡ ਐਮਪਾਵਰਮੈਂਟ ਟ੍ਰੀਟਮੈਂਟ ਲੈਣਾ ਪਏਗਾ। ਦੈਟ ਇਜ਼ ਸੋਰਟ ਆਫ ਵਿਦ ਹਿਪਨੋਥੈਰੇਪੀ, ਪਾਸਟ ਲਾਈਫ ਰਿਗਰੈਸ਼ਨ, ਇੱਦਾਂ ਦੀ ਸਾਡੇ ਕੋਲ ਕਾਫੀ ਟੈਕਨੀਕਸ ਨੇ ਜਿਹਦੇ ਨਾਲ ਅਸੀਂ ਉਹਨਾਂ ਦਾ ਜੋ ਵੀ ਕੋਈ ਮੈਂਟਲ ਬਲੌਕਸ ਨੇ ਉਹਨਾਂ ਨੂੰ ਕੂਲ ਕਰ ਸਕਦੇ ਹਾਂ। ਉਹਨਾਂ ਦਾ ਐਂਗਰ ਖਤਮ ਹੋ ਜਾਏਗਾ, ਕੰਪੈਟੇਬਿਲਿਟੀ ਅੱਛੀ ਹੋ ਜਾਏਗੀ। ਉਸ ਕੰਪੈਟੇਬਿਲਿਟੀ ਚਾਰਟ ਤੋਂ ਸਾਨੂੰ ਇੱਕ ਬੜਾ ਅੱਛਾ ਕਲੂ ਮਿਲ ਜਾਂਦਾ ਹੈ। ਕਮਿੰਗ ਟੂ ਦੈਟ, ਅਸੀਂ ਉਸ ਬੱਚੇ ਦਾ ਜਿਹੜਾ ਹਸਬੈਂਡ ਸੀ ਉਹਨੂੰ ਅਸੀਂ ਇੱਕ ਡਿਪਰੈਸ਼ਨ ਦਾ ਦਿੱਤਾ, ਕੁੜੀ ਨੂੰ ਅਸੀਂ OCD ਕੀਤਾ, ਮਹੀਨੇ 'ਚ ਦੋਨੋਂ ਠੀਕ ਹੋ ਗਏ ਨੇ। ਨਾਓ ਦੇ ਆਰ ਵੈਰੀ ਹੈਪੀ। ਅੱਛਾ, ਇਹ ਤਾਂ ਜਿਹੜੇ ਬਹੁਤ ਹੀ ਤੁਸੀਂ ਕਹਿ ਲਓ ਵੀ ਪੜ੍ਹੇ ਲਿਖੇ ਫੈਮਿਲੀ ਹੈ ਵੀ ਉਹਨਾਂ ਵਾਸਤੇ ਹੁੰਦਾ। ਹੁਣ ਜੇ ਆਮ ਪਰਿਵਾਰਾਂ ਨੂੰ ਅਸੀਂ ਕਹਿ ਦਈਏ ਵੀ ਤੁਸੀਂ ਵਿਆਹ ਤੋਂ ਪਹਿਲਾਂ ਵੀ ਆਪਣਾ ਦਿਮਾਗੀ ਟੈਸਟ ਕਰਾਓ, ਤੇ ਇਹ ਤਾਂ ਕਿਤੇ ਕਲੇਸ਼ ਵਾਲੀ ਗੱਲ ਨਾ ਹੋ ਜਾਵੇ। ਨਹੀਂ, ਦਿਮਾਗੀ ਟੈਸਟ ਨਹੀਂ ਹੈ, ਇਟ ਇਜ਼ ਕੰਪੈਟੇਬਿਲਿਟੀ। ਬਿਕੋਜ਼ ਜਦੋਂ ਵੈਨ ਯੂ ਹੈਵ ਟੂ ਗੈਟ ਮੈਰਿਡ, ਤੁਸੀਂ ਦੇਖੋ 1-2 ਅਲੱਗ-ਅਲੱਗ ਸਾਈਕਿਕ ਪਰਿਵਾਰਾਂ 'ਚੋਂ ਆ ਰਹੇ ਹੋ। ਤੁਹਾਡਾ ਮਤਲਬ ਜਿਹੜਾ ਇੱਕ ਪਾਲਣ ਪੋਸ਼ਣ, ਤੁਹਾਡਾ ਸਾਈਕੀ ਅਲੱਗ-ਅਲੱਗ ਹੈ। ਉਹਨਾਂ ਨੂੰ ਦੋਨੋਂ ਨੂੰ ਕਿਵੇਂ ਮੇਲ ਮਿਲਾਣਾ ਹੈ? ਫੋਰ ਐਗਜ਼ਾਮਪਲ, ਉਹਦੇ 'ਚ ਆ ਚੀਜ਼ ਨੇ ਕਿ ਤੁਸੀਂ ਆਪਾਂ ਇੱਕ ਸਾਈਕੋਲੋਜੀਕਲ ਬੈਲੈਂਸਿੰਗ ਹੈ, ਉਹਦੇ 'ਚ ਆ ਵੀ ਦੇਖਣਾ ਚਾਹੀਦਾ ਹੈ ਯੂ ਹੈਵ ਟੂ ਡਿਸਕਸ ਵਾਟ ਆਰ ਯੂਰ ਫਾਈਨੈਂਸ਼ੀਅਲ ਇਸ਼ੂਜ਼। ਔਰ ਅੱਜ ਕੱਲ੍ਹ ਕਈ ਕੁੜੀਆਂ ਨੇ ਉਹ ਵੀ ਕਹਿੰਦੇ ਨੇ ਕਿ ਆਫਟਰ ਮੈਰਿਜ ਤੁਹਾਨੂੰ ਕੁਝ ਘਰ ਦਾ ਕੰਮ ਵੀ ਬਣਾਉਣਾ ਪਏਗਾ, ਤੁਹਾਡੀ ਫਿਊਚਰ ਪਲੈਨਿੰਗ ਕੀ ਹੋਏਗੀ, ਤੁਸੀਂ ਕਿਵੇਂ ਰਹਿਣਾ ਹੈ। ਔਰ ਅੱਜ ਕੱਲ੍ਹ ਦੀ ਲੜਕੀਆਂ ਇਹ ਡਿਮਾਂਡ ਕਰਦੀਆਂ ਆਈ ਵਿਲ ਨੋਟ ਲਿਵ ਇਨ ਦਾ ਜੁਆਇੰਟ ਫੈਮਿਲੀ। ਸੋ ਉਹਦੇ ਕਰਕੇ ਪ੍ਰੀ ਮੈਰਿਟਲ ਜਿਹੜੀ ਹੈ ਉਹ ਇੱਕ ਇਟ ਇਜ਼ ਜਸਟ ਲਾਈਕ ਅ ਕੌਂਟਰੈਕਟ। ਅਗਰ ਅਸੀਂ ਇੰਡੀਆ ਲਾਅ ਦੇਖੀਏ, ਸੋ ਮੈਰਿਜ ਇਜ਼ ਕੰਸੀਡਰਡ ਟੂ ਬੀ ਅ ਕੌਂਟਰੈਕਟ। ਅੱਜ ਤੋਂ ਪਹਿਲੇ 20-25 ਸਾਲ ਜਦੋਂ ਹੁੰਦੇ ਸੀ ਤਾਂ ਇਟ ਵਾਜ਼ ਨੈਵਰ ਯੂਜ਼ਡ ਟੂ ਲਾਈਕ ਅ ਕੌਂਟਰੈਕਟ, ਬਟ ਅੱਜ ਕੱਲ੍ਹ ਦੀ ਜਿਹੜੀ ਕੁੜੀਆਂ ਨੇ, ਮੁੰਡੇ ਦੋਨੋਂ ਨੇ, ਦੇ ਆਰ ਵਿਊਇੰਗ ਇਟ ਲਾਈਕ ਅ ਕੌਂਟਰੈਕਟ। ਔਰ ਉਹ ਆਉਣ ਤੋਂ ਪਹਿਲੇ ਜਾਂ ਕਿਧਰੇ ਮਤਲਬ ਨੈਗੋਸ਼ੀਏਟਿੰਗ ਟੇਬਲ ਤੋਂ ਮਤਲਬ ਵੈਨ ਦੇ ਕਮ ਫॉर ਪ੍ਰੀ ਮੈਰਿਟਲ ਕਾਉਂਸਲ ਦੇ ਹੈਵ ਲੌਂਗ ਲਿਸਟ ਆਫ देयर ਓਨ, ਐਂਡ ਅਲਟੀਮੇਟਲੀ ਮਤਲਬ ਵੀ ਟਰਾਈ ਟੂ ਕੰਪਰੋਮਾਈਜ਼ ਐਂਡ ਉਹਨਾਂ ਨੂੰ ਟ੍ਰੇਨ ਕਰੀਦਾ।
ਮੇਬੀ ਮਾਈਂਡ ਪਾਵਰ। ਕੀ ਉਹ ਉਹਨਾਂ ਚੀਜ਼ਾਂ ਤੇ ਅਮਲ ਕਰਦੇ ਆ ਵੀ ਤੁਸੀਂ ਉਹਨੂੰ ਦੱਸਦੇ ਹੋ ਵੀ ਐਂ ਕਰਨਾ ਵੀ ਤਾਂ ਕਰਕੇ ਤੁਹਾਡੀ ਜਿਹੜੀ ਵਿਆਹੁਤਾ ਜ਼ਿੰਦਗੀ ਉਹ ਬਚ ਸਕੇਗੀ? ਨੋ ਅੱਜ ਕੱਲ ਤੇ ਮੈਂ ਦੇਖਿਆ ਕਿ ਜਿਹੜੇ ਇਵਨ ਲਿਵ ਇਨ ਰਿਲੇਸ਼ਨਸ ਨੇ ਜਾਂ ਜਿਹੜੇ ਲਵ ਬਰਡਸ ਨੇ, ਇਵਨ ਦੇ ਕਮ ਫॉर ਕਾਉਂਸਲਿੰਗ ਐਂਡ ਦੇ ਆਰ ਵੈਰੀ ਸੀਰੀਅਸ ਅਬਾਊਟ ਇਟ। ਉਹਨਾਂ ਨੂੰ ਅਸੀਂ ਅਗਰ ਕੁਝ ਮਤਲਬ ਸਾਈਕੋਲੋਜੀਕਲ ਇੰਪੈਕਟ ਲੈ ਕੇ ਜਾਂ ਜਨਰਲ ਡਿਸਕਸ਼ਨ ਵਿੱਚ ਕੁਝ ਓਪੀਨੀਅਨ ਦਈਏ, ਦੇ ਵੈਰੀ ਮੈਟੀਕੂਲਸਲੀ ਫੋਲੋ ਇਟ। ਤੁਸੀਂ ਦੇਖੋ ਇਹ ਨਵੇਂ ਜ਼ਮਾਨੇ ਦਾ ਚੱਲਣ ਹੈ ਵੀ ਸਾਡੇ ਮਦਰ ਫਾਦਰ ਨੇ ਜਾਂ ਗ੍ਰੈਂਡ ਫਾਦਰਸ ਨੇ, ਫੋਰ ਫਾਦਰਸ ਨੇ ਕਦੇ ਇਸ ਤਰ੍ਹਾਂ ਦਾ ਕੁਝ ਸੋਚਿਆ ਨਹੀਂ ਸੀ ਔਰ ਬੜੀ ਕਾਮ ਤੇ ਬੜੀ ਸਮੂਥਲੀ ਲਾਈਫ ਉਹਨਾਂ ਦੀ ਚੱਲੀ ਹੈ। ਤੇ ਮੈਂ ਜਦੋਂ ਆਪਣੇ ਗ੍ਰੈਂਡ ਪੈਰੈਂਟਸ ਦੀ ਲਾਈਫ ਨੂੰ ਦੇਖਦੀ ਹਾਂ ਵੀ ਉਹ ਐਂਡ ਤੱਕ ਵੀ ਇੰਨੇ ਆਪਸ ਦੇ ਵਿੱਚ ਕੰਪੈਟੀਬਲ ਸੀਗੇ, ਇੱਕ ਦੂਸਰੇ ਦਾ ਖਿਆਲ ਰੱਖਦੇ ਸੀ, ਜਦੋਂ ਪੁਰਾਣੀਆਂ ਗੱਲਾਂ ਵੀ ਪੁੱਛਦੇ ਸੀ ਤਾਂ ਉਹ ਕਿਸੇ ਬੜੇ ਕਮਾਲ ਦੇ ਸੀ। ਪਰ ਅੱਜ ਕੱਲ੍ਹ ਜਿਹੜੀ ਕੰਪੈਟੀਬਿਲਿਟੀ ਹੈ ਵੀ ਤੁਸੀਂ ਦੇਖੋ ਵੀ ਅਸੀਂ ਮਾਨਸਿਕ ਤੌਰ 'ਤੇ ਕਿੰਨੇ ਬਿਮਾਰ ਹੋ ਰਹੇ ਹਾਂ, ਅਸੀਂ ਸੋ ਕਾਲਡ ਇੰਟੈਲੈਕਚੁਅਲ ਹਾਂ, ਸਾਨੂੰ ਆਪਣੇ ਰਿਸ਼ਤਿਆਂ ਵਾਸਤੇ ਕਾਉਂਸਲਿੰਗ ਦੀ ਜ਼ਰੂਰਤ ਪੈ ਗਈ, ਮਹਿਸੂਸ ਹੋ ਰਹੀ ਹੈ। ਦੇਖੋ ਸੋ ਕਾਉਂਸਲਿੰਗ ਇਜ਼ ਨੋਟ ਅ ਬੈਡ ਥਿੰਗ ਇਨ ਅਮਰੀਕਾ, ਇਨ ਯੂਰੋਪ। ਅਗਰ ਕਿਸੇ ਬੱਚੇ ਦਾ ਥੋੜਾ ਜਿਹਾ ਮੂਡ ਖਰਾਬ ਹੈ, ਗੋ ਫॉर ਕਾਉਂਸਲਿੰਗ। ਅਸੀਂ ਬੇਸਿਕਲੀ ਕਿ ਸਾਡੇ ਦੇ ਲਈ ਇੱਕ ਕਾਉਂਸਲਿੰਗ ਦਾ ਕਨਸੈਪਟ ਹੈ, ਇਟ ਇਜ਼ ਅ ਨਿਊ ਕਨਸੈਪਟ ਜੀ। ਬੇਸਿਕਲੀ ਕਾਉਂਸਲਿੰਗ ਇਜ਼ ਨੋਟ ਮੈਂਟ ਕਿ ਅਗਰ ਤੁਸੀਂ ਮੈਂਟਲ ਹੋ ਤਾਂ ਹੀ ਜਾਓ, ਨੋ। ਸਮਟਾਈਮਸ ਵੀ ਕਾਂਟ ਟੇਕ ਡਿਸੀਜਨ ਬਿਕੋਜ਼ ਅਗਰ ਸਾਨੂੰ ਕੋਈ ਇੰਪਾਰਸ਼ੀਅਲ ਨਿਊਟਰਲ ਬੰਦਾ ਦੱਸਦਾ ਹੈ, that is ਉਹ ਇੱਕ ਅੱਛਾ ਡਿਸੀਜਨ ਹੁੰਦਾ ਹੈ। ਬਟ ਜਦੋਂ ਵੈਨ ਵੀ ਆਰ ਇਨ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਈਟੀ, ਇੱਦਾਂ ਦੀ ਚੀਜ਼ਾਂ ਹੋ ਸਕਦੇ ਹਨ ਜੀ, ਸਾਡੇ ਮਾਈਂਡ 'ਚ ਹੁੰਦਾ ਪਤਾ ਮੈਂ ਕਿਹੜਾ ਡਿਸੀਜਨ ਲਵਾਂ। ਅੱਛਾ ਡਾਕਟਰ ਸਾਹਿਬ, ਕਾਉਂਸਲਿੰਗ ਦੌਰਾਨ ਤੁਸੀਂ ਉਹਨੂੰ ਦੱਸਦੇ ਹੋ ਵੀ ਤੁਹਾਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ, ਤੁਹਾਨੂੰ ਆਪਣੀ ਪ੍ਰਾਣ ਵਾਯੂ 'ਤੇ ਕੰਟਰੋਲ ਕਰਨਾ ਚਾਹੀਦਾ ਹੈ, ਜਾਂ ਆਪਣੇ ਮਾਈਂਡ ਰਿਲੈਕਸ ਦੀਆਂ ਕੁਝ ਵਿਧੀਆਂ ਨੇ, ਕੁਝ ਇਸ ਤਰ੍ਹਾਂ ਦੀ ਚੀਜ਼ਾਂ ਵੀ ਦੱਸਦੇ ਹੋ? ਦੇਖੋ ਬੇਸਿਕਲੀ ਮਤਲਬ ਯੋਗਾ ਜਾਂ ਕੁਛ ਇਟ ਇਜ਼ ਨੋਟ ਮਾਈ ਫੀਲਡ। ਮਾਈ ਫੀਲਡ ਇਜ਼ ਮਾਈਂਡ ਐਮਪਾਵਰਮੈਂਟ। ਹਾਂ, ਪਰ ਤੁਸੀਂ ਜਦੋਂ ਡਿਪਰੈਸ਼ਨ ਚੋਂ ਹਾਂਜੀ ਉਹਨੂੰ ਕੱਢਣਾ ਹੁੰਦਾ ਹੈ ਤਾਂ ਫਿਰ ਤੁਸੀਂ ਕੀ ਸੁਜੈਸਟ ਕਰਦੇ ਹੋ? ਨਾਰਮਲੀ ਦੇਖੋ ਆਈ ਸੁਜੈਸਟ ਡਿਪਰੈਸ਼ਨ, ਸਟ੍ਰੈਸ, ਐਂਗਜ਼ਾਈਟੀ ਕੁਛ ਹੋਵੇ ਕਿਸੇ ਵੀ ਮਤਲਬ ਸਪਾਊਸ ਵਿੱਚ, ਇਵਨ ਆਫਟਰ ਮਤਲਬ ਮੈਰਿਜ ਕਾਉਂਸਲਿੰਗ, ਫਸਟ ਆਫ ਆਲ ਆਈ ਸੁਜੈਸਟ ਹਿਮ ਔਰ ਹਰ ਗੋ ਟੂ ਰੂਟ ਕੋਸ। ਬਿਕੋਜ਼ ਨਾਰਮਲੀ ਕਈ ਵਾਰੀ ਹੁੰਦਾ ਕਿ ਜਿਹੜੇ ਵੀ ਸਾਈਕੋਲੋਜੀਕਲ ਇਸ਼ੂਜ਼ ਹੁੰਦੇ ਨੇ ਉਹਨਾਂ ਦਾ ਜਿਹੜਾ ਰੂਟ ਕੋਸ ਹੁੰਦਾ ਜੈਨੇਟਿਕ ਹੁੰਦਾ ਜਾਂ ਐਨਵਾਇਰਨਮੈਂਟ ਹੁੰਦਾ। ਸੋ ਫਸਟ ਆਫ ਆਲ ਆਈ ਟਰਾਈ to suggest him go to root cause. What is the root cause? ਜੀ ਜਦੋਂ root cause ਹੋ ਗਿਆ ਉਹਦੇ ਬਾਅਦ I suggest him ਕਿ ਤੁਸੀਂ ਆਪਣਾ ਨਾ ਥੋੜਾ ਜਿਹਾ ਲਾਈਫ ਸਟਾਈਲ ਚੇਂਜ ਕਰੋ ਜੀ। ਅਗਰ ਤੁਸੀਂ ਲਾਈਫ ਸਟਾਈਲ ਚੇਂਜ ਕਰ ਸਕਦੇ ਹੋ ਆਪਣੇ ਆਪ, ਜਿਵੇਂ ਤੁਸੀਂ ਪ੍ਰਾਣਾਯਾਮ ਕਿਹਾ, ਤੁਸੀਂ ਆਪਣੀ ਰੂਟੀਨ ਚੇਂਜ ਕਰਕੇ ਜਾਂ ਆਪਣੇ ਆਪ ਨੂੰ ਕੁਛ ਐਫਰਮੇਸ਼ਨਸ ਦੇ ਕੇ, ਬਟ ਅਗਰ ਨਹੀਂ ਹੋ ਸਕਦੇ ਸੋ ਮੈਂ ਦਵਾਈਆਂ ਰਿਕਮੈਂਡ ਨਹੀਂ ਕਰਦਾ। ਸੋ ਸਾਡੇ ਕੋਲ ਬੜੇ ਟੂਲਸ ਨੇ ਅੱਜ ਕੱਲ੍ਹ। ਫੋਰ ਐਗਜ਼ਾਮਪਲ ਜਿਵੇਂ ਸਾਡੇ ਕੋਲ ਮਾਈਂਡ ਐਮਪਾਵਰਮੈਂਟ ਹੈ, ਸਾਡੇ ਕੋਲ ਸਾਈਕੋ ਡਰਾਮਾਸ ਨੇ, ਸਾਡੇ ਕੋਲ ਹਿਪਨੋਥੈਰੇਪੀ ਹੈ, ਸਾਡੇ ਕੋਲ ਪਾਸਟ ਲਾਈਫ ਰਿਗਰੈਸ਼ਨਸ ਹੈ, ਔਰ ਅੱਜ ਕੱਲ੍ਹ ਇਸ ਤੋਂ ਵੀ ਐਡਵਾਂਸ ਹੈ ਬਿਯੋਂਡ ਪਾਸਟ ਲਾਈਫ ਰਿਗਰੈਸ਼ਨਸ। ਸੋ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਪ੍ਰੈਜ਼ੈਂਟ ਲਾਈਫ ਹੈ ਇਟ ਇਜ਼ ਅ ਸਮ ਟੋਟਲ ਆਫ ਆਵਰ ਪਾਸਟ ਲਾਈਫ ਕਰਮਾਸ ਜੀ। ਸੋ ਅਸੀਂ ਉਹਨਾਂ ਨੂੰ ਇੱਕ ਸਪਿਰਿਚੁਅਲ ਵਿਧੀ ਨਾਲ ਪਾਸਟ ਲਾਈਫ ਦਿਖਾਉਂਦੇ ਹਾਂ, ਉਸ ਦੇ ਵਿੱਚ ਉਹਨਾਂ ਦੀ ਜੋ ਵੀ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਦਿਖਾ ਕੇ ਅਸੀਂ ਕੱਟ ਕਰਨੇ ਆ, ਜੋ ਵੀ ਕੋਈ ਕਾਰਡ ਹੈ, ਜੋ ਵੀ ਕੋਈ ਉਹਨਾਂ ਨੇ ਕੋਈ ਕਰਜ਼ਸ ਕੀਤੇ ਹੋਏ ਨੇ, ਜੋ ਕਿ ਪ੍ਰੋਮਿਸ, ਉਹਨੂੰ ਕੱਟ ਕਰੀਦਾ। ਉਹਦੇ ਨਾਲ ਅਸੀਂ ਦੇਖਿਆ ਕਿ ਉਹਨਾਂ ਨੂੰ ਦਵਾਈਆਂ ਤੋਂ ਬਗੈਰ ਹੀ ਬੜੇ ਅੱਛੇ ਹੋ ਜਾਂਦੇ ਨੇ, ਉਹਨਾਂ ਦੀ ਮੈਰਿਡ ਲਾਈਫ ਬਹੁਤ ਅੱਛੀ ਹੋ ਜਾਂਦੀ ਹੈ। ਬਿਲਕੁਲ, ਕਿਉਂਕਿ ਅਸੀਂ ਹੁਣ ਨਾ ਆਪਣੇ ਆਪ ਨੂੰ, ਜਿਵੇਂ ਆਪਾਂ ਹੁਣ ਵੀ ਗੱਲ ਕਰ ਰਹੇ ਸੀ ਵੀ ਅਸੀਂ ਆਪਣੇ ਆਪ ਨੂੰ ਧਰਮ ਤੋਂ ਜਾਂ ਧਾਰਮਿਕ ਗ੍ਰੰਥਾਂ ਤੋਂ ਜਾਂ ਰਿਲੀਜੀਅਸ ਚੀਜ਼ਾਂ ਤੋਂ ਅਸੀਂ ਪਰੇ ਕਰ ਲਿਆ ਹੈ। ਅਸੀਂ ਪਾਠ ਕਰਨ ਤੋਂ ਪਰਹੇਜ਼ ਕਰਦੇ ਹਾਂ, ਅਸੀਂ ਧਾਰਮਿਕ ਹੋਣ ਤੋਂ ਪਰਹੇਜ਼ ਕਰ ਰਹੇ ਹਾਂ, ਧਰਮ ਤੋਂ ਪਰਹੇਜ਼ ਕਰ ਰਹੇ ਹਾਂ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਵੀ ਫਿਰ ਜਿਹੜਾ ਤੁਹਾਡਾ ਜੀਵਨ ਦਾ ਪੱਧਰ ਹੈ ਨਾ ਉਹ ਨਿਘਾਰ ਵੱਲ ਨੂੰ ਜਾਂਦਾ। ਮੈਂ ਬੜੀ ਖੂਬਸੂਰਤ ਕਿਤਾਬ ਪੜ੍ਹ ਰਹੀ ਸੀ, ਉਸ ਵਿੱਚ ਇੱਕ ਕੁਐਸਚਨ ਮਾਰਕ ਲੱਗਿਆ ਹੋਇਆ ਸੀ ਵੀ ਪ੍ਰਾਣ ਕਿਆ ਹੈ, ਵੀ ਪ੍ਰਾਣ ਵਾਯੂ ਆਕਸੀਜਨ ਤੇ ਪ੍ਰਾਣਾਯਾਮ, ਪ੍ਰਾਣਾਂ ਨੂੰ ਨਿਯੰਤਰਿਤ ਕਰਨ ਵਾਲੀ ਚੀਜ਼ ਪ੍ਰਾਣਾਯਾਮ। ਤਾਂ ਫਿਰ ਉੱਥੇ ਉਹਨੇ ਬੜੀ ਖੂਬਸੂਰਤ ਗੱਲ ਲਿਖੀ ਹੋਈ, ਇੱਕ ਸੈਕਿੰਡ ਰਿਪੀਟ, ਤੇ ਉੱਥੇ ਬੜੀ ਖੂਬਸੂਰਤ ਗੱਲ ਲਿਖੀ ਹੋਈ ਸੀ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ। ਉਹ ਕਹਿੰਦੇ ਵੀ ਅਸੀਂ ਪ੍ਰਾਣਹੀਣ ਜਗ੍ਹਾਵਾਂ 'ਤੇ ਰਹਿ ਰਹੇ ਹਾਂ, ਅਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ ਕਿਉਂਕਿ ਅਸੀਂ ਕਾਰਪੋਰੇਟ ਜਗਤ 'ਚ ਰਹਿ ਰਹੇ ਹਾਂ ਜਾਂ ਕੰਕਰੀਟ ਦੇ ਬਣੇ ਜੰਗਲਾਂ 'ਚ ਰਹਿ ਰਹੇ ਹਾਂ, ਜਿਸ ਕਰਕੇ ਅਸੀਂ ਕੁਦਰਤ ਤੋਂ ਦੂਰ ਹੋ ਗਏ ਤੇ ਅਸੀਂ ਪ੍ਰਾਣਹੀਣ ਹੋਣ ਲੱਗ ਗਏ। ਤੇ ਜਿੰਨੀ ਤੁਸੀਂ ਖੁੱਲੀ ਜਗ੍ਹਾ 'ਤੇ ਰਹੋਗੇ, ਜਿੰਨੇ ਪ੍ਰਾਣਵਾਨ ਭੋਜਨ ਕਰੋਗੇ, ਜਿਵੇਂ ਜ਼ਿਆਦਾ ਸਬਜ਼ੀਆਂ, ਘੱਟ ਪੱਕੀਆਂ ਹੋਈਆਂ ਸਬਜ਼ੀਆਂ ਜਾਂ ਫਰੂਟ ਦਾ ਸੇਵਨ ਕਰੋਗੇ, ਜਿਹੜੀਆਂ ਮਤਲਬ ਕਿ ਪ੍ਰਾਣ ਵਾਲੀਆਂ ਚੀਜ਼ਾਂ ਨੇ, ਤੇ ਤੁਸੀਂ ਜਿਹੜਾ ਉਹ ਕਿਤੇ ਨਾ ਕਿਤੇ ਫੁੱਲ ਆਫ ਲਾਈਫ ਫੋਰਸ ਦੇ ਨਾਲ ਫੁੱਲ ਮਹਿਸੂਸ ਕਰੋਗੇ। ਔਰ ਯੂਐਸ ਦੇ ਵਿੱਚ ਇੱਕ ਕਾਓ ਹਗਿੰਗ ਥੈਰੇਪੀ ਦਿੱਤੀ ਜਾਂਦੀ ਹੈ, ਕਿਉਂਕਿ ਕਾਓ ਨੂੰ ਇੱਕ ਇਸ ਤਰ੍ਹਾਂ ਦਾ ਜਾਨਵਰ ਮੰਨਿਆ ਜਾਂਦਾ ਹੈ ਜਿਹੜਾ ਕਿ ਖੁੱਲੇ ਵਿੱਚ ਰਹਿੰਦਾ ਹੈ ਔਰ ਘਾਹ ਖਾਂਦਾ ਹੈ, ਯਾਨੀ ਕਿ ਪੂਰਾ
ਪੂਰੇ ਦਾ ਪੂਰਾ ਜਿਹੜਾ ਉਹ ਜੁੜਿਆ ਹੋਇਆ। ਔਰ ਇਸੇ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸ਼ਾਇਦ ਜਿਹੜੇ ਸਾਡੇ ਸ਼੍ਰੀਮਦ ਭਾਗਵਤ ਮਹਾਪੁਰਾਣ ਹੈ ਉਹਦੇ 'ਚ ਗਾਏ ਦਾ ਜ਼ਿਕਰ ਹੈਗਾ। ਸੋ ਮੈਂ ਇਹ ਪੜ੍ਹ ਕੇ ਹੈਰਾਨ ਹੋ ਗਈ ਵੀ ਲੋਕ ਪੈਸਾ ਦੇ ਕੇ ਜਾਂਦੇ ਨੇ ਉੱਥੇ, ਗਾਵਾਂ ਨੂੰ ਹੱਕ ਕਰਦੇ ਨੇ ਤੇ ਡਿਪਰੈਸ਼ਨ ਤੋਂ ਪਰੇ ਮਹਿਸੂਸ ਕਰਦੇ ਨੇ। ਸੋ ਕਿੰਨੀਆਂ ਸਾਰੀਆਂ ਚੀਜ਼ਾਂ, ਜਦੋਂ ਤੁਸੀਂ ਵਗਦੇ ਪਾਣੀ ਕੋਲ ਜਾਂਦੇ ਹੋ ਜਾਂ ਆਉਂਦੀਆਂ ਛੱਲਾਂ ਨੂੰ ਵੇਖਦੇ ਹੋ ਜਾਂ ਸਮੁੰਦਰ ਦੇ ਕੰਢੇ ਬੈਠਦੇ ਹੋ, ਤੁਸੀਂ ਕੁਦਰਤ ਦੇ ਜਿੰਨੇ ਨੇੜੇ ਹੁੰਦੇ ਹੋ, ਪ੍ਰਾਣਵਾਨ ਚੀਜ਼ ਦੇ ਕੋਲ ਬੈਠੋਗੇ ਤੇ ਤੁਸੀਂ ਫੁੱਲ ਆਫ ਐਨਰਜੀ ਫੀਲ ਕਰੋਗੇ। ਸੋ ਇਸੇ ਤਰ੍ਹਾਂ ਦੀਆਂ ਥੈਰੇਪੀਜ਼ ਤੁਸੀਂ ਦਿੰਦੇ ਹੋ ਜਿਨ੍ਹਾਂ 'ਚੋਂ ਲੋਕਾਂ ਨੂੰ ਡਿਪਰੈਸ਼ਨ ਤੋਂ ਕੱਢਿਆ ਜਾ ਸਕਦਾ ਹੈ। ਔਰ ਇਹ ਬੜੀ ਖੂਬਸੂਰਤ ਗੱਲ ਤੁਸੀਂ ਕਹੀ ਵੀ ਮੈਂ ਦਵਾਈਆਂ ਤੋਂ ਪਰਹੇਜ਼ ਕਰਦਾ, ਕਿਉਂਕਿ ਪ੍ਰਾਣਹੀਨ ਹਸਪਤਾਲ ਔਰ ਪ੍ਰਾਣਹੀਨ ਦਵਾਈਆਂ, ਸਾਨੂੰ ਆਪਾਂ ਸੋਚਦੇ ਹਾਂ ਵੀ ਇਹਨਾਂ ਕੋਲ ਜਾ ਕੇ ਅਸੀਂ ਡਿਪਰੈਸ਼ਨ ਜਾਂ ਐਂਜ਼ਾਈਟੀ ਤੋਂ ਪਰਹੇਜ਼ ਕਰ ਸਕਦੇ ਹਾਂ, ਪਰ ਇਹ ਆਪਣੇ ਆਪ ਦੇ ਵਿੱਚ ਜਿਹੜਾ ਰੂਟ ਕਾਜ਼ ਹੈ ਨਾ, ਕਿਉਂਕਿ ਡਾਕਟਰ ਬਾਹਰੀ ਇਲਾਜ ਕਰੇਗਾ, ਪਰ ਇੱਕ ਸਾਈਕੈਟਰਿਸਟ, ਇੱਕ ਸਾਈਕੋਲੋਜਿਸਟ ਤੁਹਾਡੀ ਜੜ ਮੂਲ ਨੂੰ ਫੜੇਗਾ। ਜਿਵੇਂ ਤੁਸੀਂ ਪਾਸਟ ਲਾਈਫ ਰਿਗਰੈਸ਼ਨ ਦੀ ਗੱਲ ਕੀਤੀ, ਉਹ ਮੈਡੀਕਲ ਸਾਇੰਸ ਦੀ ਪਕੜ ਤੋਂ ਕਿਤੇ ਪਰੇ ਹੈ। ਕੀ ਕਹੋਗੇ? ਨਹੀਂ, ਦੈਟ ਇਜ਼ ਰਾਈਟ, ਤੁਸੀਂ ਬਿਲਕੁਲ ਠੀਕ ਕਿਹਾ। ਬੇਸਿਕਲੀ ਕੀ ਹੈ, ਹੁਣ ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਲੈਣੇ ਚੰਡੀਗੜ੍ਹ ਦਾ ਜੀ। ਵੀ ਕੇਮ ਟੂ ਚੰਡੀਗੜ੍ਹ ਇਨ 71 ਜੀ। ਇਸ ਵਕਤ ਨਾ ਮੱਖੀ ਨਾ ਮੱਛਰ ਕੁਛ ਨਹੀਂ ਸੀ ਹੁੰਦਾ। ਐਵਰੀ ਸੈਕਿੰਡ ਇੱਥੇ ਬਾਰਿਸ਼ ਹੁੰਦਾ ਸੀ, 3rd floor ਤੇ ਪਾਣੀ ਹੁੰਦਾ ਸੀ। ਬਿਲਕੁਲ। ਹੁਣ ਬਿਕੋਜ਼ ਆਫ ਕੋਆਰਡੀਨੇਸ਼ਨ ਐਂਡ ਐਕਸਪੈਂਸ਼ਨ ਇਹਦੇ ਚਾਰੋਂ ਪਾਸੇ ਮੋਹਾਲੀ ਕਿੰਨਾ ਡਿਵੈਲਪ ਹੋ ਗਿਆ, ਨया गांव ਕਿੰਨਾ ਡਿਵੈਲਪ ਹੋ ਗਿਆ, ਪੰਚਕੂਲਾ ਕਿੰਨ ਡਿਸਕਸ, ਸਾਰੇ ਦੇ ਸਾਰੇ ਪੇੜ ਕੱਟ ਗਏ। ਜਿਹੜਾ ਇੱਕ ਲੀ ਕਾਰਬੋਜ਼ੀਅਰ ਨੇ ਇੱਕ ਬੈਲੈਂਸ ਬਣਾਇਆ ਸੀ ਉਹ ਖਤਮ ਹੋ ਗਿਆ। ਉਹਦੇ ਨਾਲ ਆਈ ਫਾਈਂਡ ਕਿ ਚੰਡੀਗੜ੍ਹ ਇਜ਼ ਨਾਓ ਰੇਟਡ ਅਮੰਗ ਦੀ ਦੋਜ਼ ਟੌਪ ਸਿਟੀਜ਼ ਕਿ ਜਿਹੜੇ ਡਿਪਰੈਸ਼ਨ ਰੇਟ ਵਿੱਚ 3rd ਹੈ ਇਨ ਏਸ਼ੀਆ ਵਿੱਚ। ਅਸੀਂ ਉਸ ਨੇਚਰ ਵਿੱਚ ਜਿੰਨੇ ਵੀ ਕਹੇ, ਈਵਨ ਸਾਡੀ ਵੀ ਜਿਹੜੀ ਵਿਧੀਆਂ ਨੇ, ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਤੁਸੀਂ ਨੇਚਰ ਵਿੱਚ ਜਾਓ। ਸਾਡੇ ਕੋਲ ਇੱਕ ਥੈਰੇਪੀ ਹੈ ਜਿਹਨੂੰ ਅਸੀਂ ਕਹਿੰਦੇ ਜਿਹੜਾ ਇੰਡੀਆ 'ਚ ਇੰਨੀ ਪੋਪੂਲਰ ਨਹੀਂ ਹੈ, ਦੈਟ ਇਜ਼ ਕਾਲਡ ਹਗ ਥੈਰੇਪੀ। ਦੈਟ ਵੀ ਸੇ ਕਿ ਅਗਰ ਕੋਈ ਵੀ ਇਨਸਾਨ ਦੂਜੇ ਨੂੰ ਟੱਚ ਕਰਕੇ ਅਗਰ ਉਹਨੂੰ ਦਿਨ 'ਚ 5 ਵਾਰੀ 5 ਮਿੰਟ ਹੱਗ ਕਰੇ, ਦੈਟ ਇਜ਼ ਅ ਵੈਰੀ ਮਤਲਬ ਇੱਕ ਕਹਿ ਲਓ ਬੜੀ ਸੂਦਿੰਗ ਥੈਰੇਪੀ। ਐਂਡ ਇੱਕ ਤੁਹਾਨੂੰ ਇੱਕ ਹੋਰ ਆਸ਼ਚर्य ਦੱਸਾਂਗਾ ਕਿ ਜਿਹੜੀ ਮਦਰਸ ਹੁੰਦੀਆਂ ਨਾ ਬੱਚਿਆਂ ਲਈ, ਉਹਦੇ ਲਈ ਹਗ ਥੈਰੇਪੀ ਇਜ਼ ਅ ਵੈਰੀ ਗੁੱਡ ਥੈਰੇਪੀ। ਮੈਂ ਇਹੀ ਗੱਲ ਕਹਿਣ ਲੱਗੀ ਸੀ ਵੀ ਜਦੋਂ ਮਾਂ ਬੱਚੇ ਨੂੰ ਆਲਿੰਗਨ ਕਰਦੀ ਹੈ ਤੇ ਉਸ ਨੂੰ ਸਕੂਨ ਦਾ ਅਹਿਸਾਸ ਹੁੰਦਾ ਹੈ ਨਾ। ਸੋ ਦੈਟ ਇਜ਼ ਅ ਵੰਡਰਫੁਲ ਥੈਰੇਪੀ। ਐਂਡ ਉਸ ਤੋਂ ਬਾਅਦ ਅਗਰ ਅਸੀਂ ਦੇਖਿਆ ਜਾਏ ਇੰਡੀਅਨ ਕੰਟੈਕਸਟ 'ਚ ਅੱਜ ਕੱਲ੍ਹ ਦੇਰ ਆਰ ਸਰਟਨ ਪੀਪਲ ਦੇ ਆਰ ਕਮਿੰਗ ਫੋਰਵਰਡ, ਦੈਨ ਦੇਰ ਇਜ਼ ਕਾਲਡ ਕਿਸਿੰਗ ਥੈਰੇਪੀ। ਇਫ ਯੂ ਕਿਸ ਸਮਵਨ, hug someone ਜਿਹਨੂੰ ਟੋਟਲ ਸਰੈਂਡਰ ਕਰ ਦਿਓ, that is considered to be a wonderful therapy। ਅੱਜ ਕੱਲ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੇ ਨਾ ਟਾਈਟਲਸ ਪਾ ਕੇ ਆਪਣੀ ਖਬਰਾਂ ਬਹੁਤ ਵਾਇਰਲ ਕੀਤੀ ਜਾਂਦੀਆਂ, ਸੋਚੀਏ ਕਿਸ ਸੇ ਕੈਸੇ ਕਮ ਹੋਤਾ ਹੈ ਹਾਰਟ ਅਟੈਕ। yes ਨਹੀਂ ਵੈਰੀ ਰਾਈਟ, ਬਟ ਇਟ ਇਜ਼ ਅ ਫੈਕਟ। ਲੇਕਿਨ ਇਹਦੇ ਚੀਜ਼ ਹੈ ਕਿ ਅਸੀਂ ਇਸ ਚੀਜ਼ ਨੂੰ ਮਿਸਯੂਜ਼ ਨਾ ਕਰੀਏ ਜੀ। ਅਗਰ ਤੁਸੀਂ ਕਈ ਵਾਰੀ ਦੇਖੋ ਕਿ ਅਸੀਂ ਬੈਠੇ ਹੁੰਦੇ ਹਾਂ, ਸਾਨੂੰ ਕੁਝ ਹੁੰਦੇ ਹੈ, what we need is ਕਿ ਸਾਡੇ ਕੋਲ ਆ ਕੇ ਕੋਈ 2 ਮਿੰਟ ਹੀ ਕਹਿ ਦੇਣਾ ਯਾਰ ਮੈਂ ਹੂੰ ਨਾ ਤੇਰੇ ਸਾਥ। ਸਰ ਐਨੇ ਇੱਕ ਸੈਂਟੈਂਸ ਨਾਲ ਵੀ ਵਾਕ ਅਪ। ਫੋਰ ਐਗਜ਼ਾਮਪਲ ਤੁਸੀਂ ਬੱਚਾ ਦੇਖੋ, ਲੜ ਕੇ ਆਇਆ ਜਾਂ ਨੰਬਰ ਘੱਟ ਆਇਆ, ਆ ਕੇ ਰੋਣਾ ਸ਼ੁਰੂ ਕਰ, ਕੋਈ ਬਾਤ ਨਹੀਂ ਬੇਟਾ ਨੈਕਸਟ ਟਾਈਮ ਬੱਚੇ ਦਾ ਚਿਹਰਾ ਦੇਖੋ। ਸੋ ਜਿਵੇਂ ਇੱਕ ਬੱਚਾ ਹੈ, ਇੱਕ ਬਜ਼ੁਰਗ ਵਿੱਚ ਇੱਕ ਚਾਈਲਡ ਐਡਲਟ ਹੁੰਦਾ ਹੈ। ਸੋ ਅਸੀਂ ਅਗਰ ਉਸ ਚਾਈਲਡ ਨੂੰ ਅਲਾਈਵ ਰੱਖੀਏ ਤਾਂ ਅਸੀਂ ਇਹਨਾਂ ਚੀਜ਼ਾਂ ਤੋਂ ਬਚੇ ਰਹਿ ਸਕਦੇ ਹਾਂ। ਔਰ ਇਹਨਾਂ ਚੀਜ਼ਾਂ ਤੋਂ ਬਚੇ ਰਹੀਏ, ਯੂਰ ਫੈਮਿਲੀ ਲਾਈਫ ਬੜੀ ਅੱਛੀ ਰਹੇਗੀ। ਐਂਡ ਫੈਮਿਲੀ ਕਾਉਂਸਲਿੰਗ, ਪਰਸਨਲ ਕਾਉਂਸਲਿੰਗ, ਪ੍ਰੀ ਮੈਰਿਟਲ ਔਰ ਪੋਸਟ ਮੈਰਿਟਲ ਜਾਂ ਕੁਛ ਹੈ ਕਾਉਂਸਲਿੰਗ, ਜੋ ਵੀ ਇੱਦਾਂ ਦੇ ਪ੍ਰੋਫੈਸ਼ਨਲਸ ਨੇ, ਦੇ ਗਾਈਡ ਟੂ ਲਿਵ ਯੂ ਬੈਟਰ। ਵੰਡਰਫੁਲ। ਡਾਕਟਰ ਸਾਹਿਬ ਦੁਬਾਰਾ ਆਪਾਂ ਆਪਣੇ ਟੌਪਿਕ ਵੱਲ ਨੂੰ, ਆਪਣੇ ਵਿਸ਼ੇ ਵੱਲ ਨੂੰ ਆਉਂਦੇ ਹਾਂ, ਜਿਹੜਾ ਆਪਾਂ ਪੋਸਟ ਮੈਰਿਟਲ ਕਾਉਂਸਲਿੰਗ ਦੀ ਗੱਲ ਕਰ ਰਹੇ ਸੀ ਜਾਂ ਪ੍ਰੀ ਮੈਰਿਟਲ ਦੀ ਗੱਲ ਕਰ ਰਹੇ ਸੀ। ਜਦੋਂ ਤੁਸੀਂ ਕਾਉਂਸਲਿੰਗ ਕਰਦੇ ਹੋ, ਮੈਂ ਚਾਹੁੰਦੀ ਹਾਂ ਵੀ ਆਪਣੇ ਐਕਸਪੀਰੀਅੰਸ 'ਚੋਂ, ਕਿਉਂਕਿ ਲੰਬਾ ਚੌੜਾ ਐਕਸਪੀਰੀਅੰਸ ਹੈ ਤੁਹਾਡਾ, ਤੇ ਆਪਣੇ ਐਕਸਪੀਰੀਅੰਸ 'ਚੋਂ ਕੁਝ ਇਸ ਤਰ੍ਹਾਂ ਦੇ ਕਿੱਸੇ ਸਾਂਝੇ ਕਰੋ ਜਿਹੜੇ ਐਕਸਟਰਾ ਮੈਰਿਟਲ ਅਫੇਅਰਸ ਦੇ ਤੁਹਾਡੇ ਕੋਲ ਆਏ ਹੋਣ ਔਰ ਤੁਸੀਂ ਉਹਨੂੰ ਕਾਉਂਸਲਿੰਗ ਕੀਤੀ ਹੋਵੇ। ਸੋ ਮੈਂ ਲੋਕਾਂ ਦੀ ਸਾਈਕੀ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਕਿੱਥੇ ਕੋ ਅੱਜ ਕੱਲ੍ਹ ਹੀ ਸਟੈਂਡ ਕਰ ਰਹੀ। ਲੋਕਾਂ ਦੀ ਜਿਹੜੀ ਨਾਰਮਲੀ ਐਕਸਟਰਾ ਮੈਰਿਟਲ ਦੀ ਹੁੰਦੀ ਹੈ, ਉਹ ਨਾਰਮਲੀ ਕੀ ਹੁੰਦੀ ਹੈ ਵੀ ਮਤਲਬ ਜਿਹੜੇ ਕਪਲਸ ਨੇ ਇੱਕ ਦੂਜੇ ਤੋਂ ਸੈਟਿਸਫਾਈਡ ਨਹੀਂ ਹੁੰਦੇ ਨੇ ਜੀ। ਮੇਰੇ ਕੋਲ ਇੱਕ ਕੇਸ ਆਇਆ, ਉਹਦੇ ਵਿੱਚ ਕੀ ਸੀਗਾ ਕਿ ਪਰਸਨ ਇਜ਼ ਅ ਵੈਰੀ ਰਿਚ ਇੰਡਸਟਰੀਅਲਿਸਟ, ਵੈਰੀ ਰਿਚ ਇੰਡਸਟਰੀਅਲਿਸਟ। ਹੀ ਮੈਰਿਡ 18 ਸਾਲ ਛੋਟੀ ਆਪਣੀ ਉਹਦੇ ਨਾਲ ਕੀਤੀ। ਸ਼ੀ ਵਾਜ਼ ਵੈਰੀ ਬਿਊਟੀਫੁਲ, ਡਾਟਰ ਆਫ ਅ ਕਰਨਲ, ਖੁੱਲੇ ਵਿਚਾਰਾਂ ਦੀ ਸੀਗੀ। ਸੋ ਦੇ ਕੁਡ ਨੋਟ ਕੋਪ ਅਪ। ਉਸ ਤੋਂ ਜਿਹੜੇ ਇੰਡਸਟਰੀਅਲਿਸਟ ਸੀ ਉਹਦੇ ਪਹਿਲੇ 2 ਬੱਚੇ ਵੀ ਸੀਗੇ, ਬਟ ਦੇ ਪ੍ਰੋਮਿਸਡ ਕਿ ਅਸੀਂ ਹੋਰ ਕੋਈ ਬੱਚੇ ਨਹੀਂ ਕਰਾਂਗੇ। ਬਟ ਆਫਟਰ ਸਮ ਟਾਈਮਸ ਇੰਡਸਟਰੀਅਲਿਸਟ ਕੁਡ ਫਾਈਂਡ ਕਿ ਉਹਦੀ ਵਾਈਫ ਦੇ ਕਈਆਂ ਨਾਲ ਐਕਸਟਰਾ ਮੈਰਿਟਲ ਰਿਲੇਸ਼ਨਸ ਨੇ, ਐਂਡ ਦੈਟ ਲੇਡੀ ਵਾਂਟ ਟੂ ਟੇਕ ਡਾਈਵੋਰਸ ਫਰੋਮ ਦੈਟ ਜੈਂਟਲਮੈਨ। ਬਟ ਦੈਟ ਜੈਂਟਲਮੈਨ ਟੋਲਡ ਕਿ ਅਸੀਂ ਸਾਡੀ ਬੜੀ ਅੱਛੀ ਚੱਲ ਰਹੀ ਹੈ, ਵਟ ਐਵਰ ਤੂੰ ਜਿੰਨੇ ਵੀ ਮੈਰਿਟਲ ਰਿਲੇਸ਼ਨ ਯੂ
ਮੈਨੂੰ ਸਿਰਫ ਇੱਕ ਕੰਡੀਸ਼ਨ ਚਾਹੀਦੀ ਹੈ, ਬੱਚਿਆਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ। Oh. And that husband was ready to compromise but that lady wanted to take divorce। ਇਸ ਤੋਂ ਜ਼ਿਆਦਾ ਨਿਗਾਰ ਹੋਰ ਕੀ ਹੋਏਗਾ। लेकिन आफ्टर काउंसलिंग ਜਦੋਂ ਹੈ मैं उस लेडी ਨੂੰ ਸਮਝਾਇਆ कि मैं you think of your life, what will be your life, now you're 48, but after 5 years what will happen, after 10 years what will happen, think of your future। ਅੱਜ ਕੱਲ੍ਹ ਜਿਹੜੇ ਵੀ ਤੁਹਾਡੇ ਨਾਲ ਐਕਸਟਰਾ ਮੈਰੀਟਲ ਅਫੇਅਰ ਨਾਲ ਹੈ, they are not your companion। ਐਂਡ ਉਧਰ ਦੇਖ ਲਓ ਤੁਹਾਡੇ ਨਾਲ ਇੱਕ ਸੋਲ ਫਾਰਮੇਸ਼ਨ ਨਾਲ ਕਿੰਨਾ ਸੈਕਰੀਫਾਈੰਗ ਪਰਸਨ ਹੈ। ਐਂਡ ਉਹਨੂੰ ਮੈਂ ਕੁਛ ਇੱਕ ਮੈਡੀਟੇਸ਼ਨ ਟੈਕਨੀਕ ਸਿਖਾਈਆਂ, ਕੁਛ ਆਈਆਂ, ਉਹਦੇ ਵਿੱਚ ਆਫਟਰ 3 months ਸ਼ੀ ਕੁਡ ਰਿਗਰੈਟ। ਐਂਡ ਉਹਨਾਂ ਦੋਨਾਂ ਦਾ ਆਪਸ ਬੜਾ ਅੱਛਾ ਪੈਚਅਪ ਹੋ ਗਿਆ, ਅੱਜ ਵੀ ਬੜਾ ਅੱਛਾ ਮਿਲਾਪ ਹੈ। ਮੈਂ ਤਾਂ ਇੱਕ ਹੋਰ ਕੇਸ ਸੁਣਾਉਣਾ ਚਾਹਾਂਗਾ ਜਿਹੜਾ ਕਿ ਮੈਂ ਕਹਿੰਦਾ ਕਿ ਮੇਰਾ ਕੀ ਕੇਸ ਸੀਗਾ। 2 ਰਿਟਾਇਰਡ IAS ਆਫੀਸਰ ਸੀਗੇ, ਬੋਥ ਵਰ ਅਰਾਊਂਡ 70+। ਜਿਹੜਾ ਹਸਬੈਂਡ ਸੀਗਾ ਹੀ ਵਾਜ਼ ਆਲਸੋ ਅ ਚੀਫ ਸੈਕਟਰੀ, ਵਾਈਫ ਵਾਜ਼ ਆਲਸੋ ਅ ਚੀਫ ਸੈਕਟਰੀ। ਬਟ ਉਹਨਾਂ 'ਚ ਈਗੋ ਇਹ ਸੀ ਕਿ ਉਹਨਾਂ ਦਾ ਮਤਲਬ 4 ਬੱਚੇ ਸੀਗੇ, ਵੈਰੀ ਵੈਲ ਸੈਟਲਡ ਇਨ US ਐਂਡ ਇੰਗਲੈਂਡ। ਬਟ ਉਹਨਾਂ 'ਚ ਈਗੋ ਇਹ ਸੀਗਾ, ਲੇਡੀ ਵਾਜ਼ ਸੇਵਿੰਗ ਅਰਾਊਂਡ 4 ਕੈਨਾਲ ਕੋਠੀ ਇਨ ਚੰਡੀਗੜ੍ਹ, ਹਸਬੈਂਡ ਦੀ ਵੀ ਸੀਗੀ, ਔਰ ਦੋਨੋਂ ਇਕੱਲੇ ਰਹਿ ਰਹੇ ਸੀਗੇ। ਬਟ ਸਿੰਸ ਲਾਸਟ 17-18 ਈਅਰ ਉਹਨਾਂ ਦੇ ਕੋਰਟ ਵਿੱਚ ਕੇਸਿਸ ਚੱਲ ਰਹੇ ਸੀਗੇ। ਉਹਨਾਂ ਦੇ ਬੱਚੇ ਕਿਵੇਂ ਆਏ, ਜਦੋਂ ਉਹਨਾਂ ਦੇ ਮਤਲਬ 20 ਕੁਛ ਸੈਲੀਬ੍ਰੇਸ਼ਨ ਸੀਗੀ ਫੈਮਿਲੀ ਦਾ, ਜਸਟ ਮਤਲਬ ਉਹਨਾਂ ਦੇ ਬੱਚੇ ਸੈਲੀਬ੍ਰੇਟ ਕਰਨਾ ਚਾਹੁੰਦੇ ਸੀ, ਪਤਾ ਨਹੀਂ ਸ਼ਾਇਦ ਉਹਨਾਂ ਦੀ 50th ਮੈਰਿਜ। ਸੋ ਦੇ ਕੇਮ ਟੂ ਮੀ ਕਿ ਸਰ ਵੀ ਵਾਂਟ ਕਿ ਸਾਡੇ ਮੰਮੀ ਪਾਪਾ ਨੂੰ ਮਿਲਾ ਦਿਓ। ਇਹਨੂੰ ਲੱਗਦਾ ਵਕੀਲਾਂ ਨੇ ਕੁਛ ਖਰਾਬ ਕੀਤਾ ਹੋਇਆ, ਬਿਕੋਜ਼ ਬੋਥ ਆਫ ਆਰ ਇੰਡੀਵਿਜੂਅਲੀ ਵੈਰੀ ਰਿਚ ਪਰਸਨਸ। ਸੋ ਕਹਿੰਦੇ ਅਗਰ ਉਹਨਾਂ ਤੋਂ ਅਸੀਂ ਡਾਇਰੈਕਟ ਕਵਾਂਗੇ ਨਾ, ਦੇ ਵਿਲ ਨੋਟ ਕਮ। ਤੁਸੀਂ ਸਾਨੂੰ ਕੋਈ ਇੱਦਾਂ ਦਾ ਵੋਚਰ ਦਿਓ, ਵਿਲ ਟੈਲ ਦੈਮ ਕਿ ਐਜ਼ ਅ ਯੂਅਰ ਮੈਰਿਜ ਜਿਹੜਾ ਵੀ ਤੁਹਾਡਾ ਪਲੈਟੀਨਮ ਜੁਬਲੀ ਹੈ, ਇਹਦੇ ਵਿੱਚ ਵੀ ਜਸਟ ਵਾਂਟ ਟੂ ਸੈਲੀਬ੍ਰੇਟ, ਐਟਲੀਸਟ ਤੁਸੀਂ ਘੰਟੇ ਲਈ ਇਕੱਠੇ ਹੋ ਜਾਓ, ਅਸੀਂ ਇੱਕ ਟੋਕਨ ਹੈ। ਸੋ ਉਸ ਟੋਕਨ ਲੈ ਕੇ ਇੱਕ ਫ੍ਰੀ ਕਾਉਂਸਲਿੰਗ ਲਈ ਆਏ। ਐਂਡ ਦੈਨ ਆਈ ਆਸਕ ਦੈਮ ਕਿ ਆਰ ਯੂ ਇੰਜੋਇੰਗ ਦਿਸ ਲਾਈਫ। ਬੋਥ ਆਫ ਦੈਮ ਇੰਡੀਵਿਜੂਅਲੀ ਸੈਡ ਕਿ ਨਹੀਂ, ਲਾਈਫ ਵਿੱਚ ਜਦੋਂ ਤੱਕ ਜੌਬ ਸੀਗੇ ਵੀ ਹੈਡ ਸਟੇਟਸ, ਵੀ ਹੈਡ ਐਵਰੀਥਿੰਗ, ਬਟ ਹੁਣ ਜਦੋਂ ਤੋਂ ਲੋਨਲੀਨੈਸ ਤੇ ਫੀਲ ਕਰਨੇ ਆ। ਯੈਸ। ਸੋ ਦੈਨ ਆਈ ਸੈਡ ਕਿ ਤੁਹਾਡੇ ਬੱਚੇ ਇੱਦਾਂ ਦੇ ਚਾਹੁੰਦੇ ਨੇ, ਸੋ ਉਹਨਾਂ ਨੂੰ ਮੈਂ 3 ਦਿੱਤੇ। ਮੈਂ ਕਿਹਾ ਐਟ ਲੀਸਟ ਕੈਨ ਯੂ ਲਿਵ ਲਾਈਕ ਫਰੈਂਡਸ। ਉਹਨਾਂ ਕੁਛ ਦੇਰ ਸੋਚਿਆ, ਮੈਂ ਉਹਨਾਂ ਨੂੰ ਅਰਾਊਂਡ 2-3 ਘੰਟੇ ਦਿੱਤੇ। ਮੈਂ ਯੂ ਗੋ ਟੂ ਸੈਕਟਰ 17, ਹੈਵ ਸਮਥਿੰਗ ਐਂਡ ਦੈਨ ਕਮ ਬੈਕ ਟੂ ਮੀ। ਉਸ ਤੋਂ ਬਾਅਦ ਆਏ, ਕਹਿੰਦਾ ਯੈਸ ਵੀ ਕੈਨ ਥਿੰਕ ਆਫ ਲਿਵਿੰਗ ਲਾਈਕ ਫਰੈਂਡਸ। ਸੋ ਮੈਂ ਕਿਹਾ ਯੂ ਡੂ ਲਾਈਕ ਦਿਸ ਕਿ ਡੇਲੀ ਤੁਸੀਂ ਮਿਲਣਾ ਹੈ, ਬੋਥ ਆਫ ਯੂ ਆਰ ਨੀਅਰ ਲੇਕ, ਗੋ ਟੂ ਲੇਕ। ਐਂਡ ਮੈਂ ਨੈਕਸਟ ਡੇਟ 15 days ਬਾਅਦ ਪਾਈ। ਮੈਂ ਕਿਹਾ ਵਾਟ ਚੇਂਜਸ ਯੂ ਹੈਵ ਫਾਈਂਡ। ਕਹਿੰਦਾ ਵੀ ਆਰ ਇੰਜੋਇੰਗ ਈਚ ਅਦਰਸ ਕੰਪਨੀ। ਐਂਡ ਵੀ ਰਿਅਲਾਈਜ਼ ਕਿ ਜਦੋਂ ਅਸੀਂ ਸਾਡੇ ਸੀਗੇ, ਸਾਡੇ ਰਿਲੇਟਿਵਸ ਜਿਹੜੇ ਨੇ ਸਾਨੂੰ ਚੁੱਕ ਰਹੇ ਸੀਗੇ, ਪ੍ਰੋਵੋਕ ਕਰ ਰਹੇ ਸੀਗੇ, ਐਂਡ ਵੀ ਵਰ ਉਹਨਾਂ ਦੇ ਹੈਂਡਸ ਵਿੱਚ ਅਸੀਂ ਖੇਲੇ ਸੀਗੇ। ਬਟ ਉਸ ਤੋਂ ਬਾਅਦ ਦੈਨ ਆਈ ਸੁਜੈਸਟਡ, ਮੈਂ ਕਿਹਾ ਨੈਕਸਟ ਸਟੈਪ, ਤੁਹਾਡੇ ਕੋਲ ਦੋਨੋਂ ਬੜੀ ਵੱਡੀ ਕੋਠੀਆਂ ਨੇ, ਜਿੰਨੇ ਤੁਸੀਂ ਇਕੱਲੇ ਰਹਿ ਰਹੇ ਹੋ ਨਾ, ਤੁਸੀਂ ਇੱਕ ਜਣਾ ਇੱਕ ਥੱਲੇ ਤੇ ਉੱਤੇ ਸ਼ਿਫਟ ਕਰ ਜਾਓ ਲਾਈਕ ਫਰੈਂਡਸ। ਸੋ ਦੈਨ ਦੇ ਐਗਰੀਡ। तो उस तो बाद मैं नेक्स्ट डेट पाई महीने दी। मैं कहा यू जस्ट इंजॉय एंड राइट डाउन डे वाइज योर एक्सपीरियंसेस। सो महीने बाद उन्होंने क्या कि वी हैव स्टार्टेड ब्रेकफास्ट एंड डिनर टुगेदर एंड वी सिप टुगेदर। सो मैं क्या ਜਦੋਂ ਤੁਸੀਂ ਉੱਤੇ ਲੱਗ ਗਏ ਹੋ, ਬੇਸਿਕਲੀ ਹੁਣ ਤੁਸੀਂ ਆਪਣੇ ਜਿਹੜੇ ਐਡਵੋਕੇਟਸ ਨੂੰ ਇਹ ਕਹਿ ਸਕਦੇ ਹੋ ਕਿ ਵੀ ਡੋਂਟ ਵਾਂਟ ਟੂ ਪੈਚ ਅਪ, ਬੋਥ ਆਫ ਯੂਰ 70+, ਕਿੰਨਾ ਰਹਿ ਲੋਗੇ। ਸੋ ਅਲਟੀਮੇਟਲੀ ਉਹਨਾਂ ਦੇ ਐਡਵੋਕੇਟਸ ਨਹੀਂ ਮੰਨੇ। ਐਡਵੋਕੇਟਸ ਨੇ ਮੈਨੂੰ ਕਹਿੰਦੇ ਜੀ ਤੁਸੀਂ ਉਹਨਾਂ ਨੂੰ ਖਰਾਬ ਕਰ ਰਹੇ ਹੋ। So then I मैं क्या shut them up. Now you start living, एक फ्लोर ਤੇ ਰਹਿਣਾ ਸ਼ੁਰੂ ਕਰ ਦਿਓ। ਐਂਡ ਉਹਨਾਂ ਦੀ ਮੈਂ ਕੁਛ ਹੋਰ ਥੋੜੀ ਜਿਹੀ ਪਾਸਟ ਲਾਈਫ ਰਿਗਰੈਸ਼ਨ ਦੇਖੀ, ਦੇਵਰ ਕੁਛ ਅੱਛੀ ਚੀਜ਼ਾਂ ਮਿਲੀਆਂ, ਕੁਛ ਉਹਨਾਂ ਦੇ ਹਿਪਨੋਥੈਰੇਪੀ ਸੈਸ਼ਨ ਕੀਤੇ ਹੈ। ਉਹਨਾਂ 'ਚ ਗੁੱਸਾ ਸੀਗਾ, ਇੱਕ ਜਿਵੇਂ ਸਟੇਟਸ ਕਹਿ ਲਓ ਜਾਂ ਕੁਛ ਇੱਕ ਈਗੋ ਹੁੰਦੀ ਹੈ, ਫਾਲਸ ਈਗੋ IAS 'ਚ। ਉਹਨਾਂ ਦੇ ਕੁਛ ਅਰਾਊਂਡ ਮੈਂ 15-20 ਦਿਨ ਲਗਾਤਾਰ ਥੈਰੇਪੀਸ ਕੀਤੀ ਐਂਡ ਦੇ ਸਟਾਰਟਡ ਲਿਵਿੰਗ ਟੂਗੇਦਰ। ਸੋ ਇੱਦਾਂ ਦੇ ਬੜੇ ਕੇਸਿਸ ਨੇ ਕਿ ਅਗਰ ਇਫ ਯੂ ਗੋ ਡੀਪਰ ਇਨਟੂ ਦਿਸ, ਬਟ ਇਹਦੇ 'ਚ ਕੀ ਚਾਹੀਦਾ ਹੈ ਐਜ਼ ਏ ਕਾਉਂਸਲਰ, ਤੁਹਾਨੂੰ ਬੜਾ ਡੀਪ ਜਾਣਾ ਚਾਹੀਦਾ ਹੈ। ਐਂਡ ਸਾਡੇ ਕੋਲ ਐਟਲੀਸਟ ਆਈ ਡੂ ਹੈਵ ਐ ਕਪਲਸ ਕਮਿਊਨੀਕੇਸ਼ਨ ਪ੍ਰੋਗਰਾਮ। ਉਹਦੇ 'ਚ ਅਸੀਂ ਦੇਖਦੇ ਹਾਂ ਕਿ ਬੱਚੇ 'ਚ ਲਵ ਮੈਪਸ ਬਣਾਉਂਦੇ ਹਾਂ, ਕੰਪੈਟੇਬਿਲਿਟੀ ਮੈਪ ਬਣਾਉਂਦੇ ਹਾਂ, ਅਸੀਂ ਉਹਨਾਂ ਦਾ ਇੱਕ ਹੋਰ ਵੀ ਬੜੇ ਮੈਪਸ ਬਣਾਉਂਦੇ ਹਾਂ ਕਿ ਉਹਨਾਂ ਦੀ ਕੰਪੈਟੇਬਿਲਿਟੀ ਦੇਖਦੇ ਹਾਂ। ਔਰ ਉਸਦੇ ਵਿੱਚ ਜਿਹਨੂੰ ਕੁਝ ਚੀਜ਼ ਦੀ ਲੋੜ ਹੁੰਦੀ ਹੈ, we provide individual sessions. For example, ਕਿਸੇ ਨੂੰ communication ਦੀ ਪ੍ਰੋਬਲਮ ਹੈ, so we tell them how should you communicate. and basically ਅਗਰ ਦੇਖਿਆ ਜਾਏ, ਇੱਕ ਜਿਹੜਾ ਵੀ ਕਪਲਸ ਦੇ ਵਿੱਚ ਕਨਫਲਿਕਟ ਹੁੰਦਾ ਹੈ,
ਇਟ ਇਜ਼ ਨਾਰਮਲੀ ਰਿਲੇਟਡ ਟੂ ਕਮਿਊਨੀਕੇਸ਼ਨ ਬਿਕੋਜ਼ ਮੈਨੀ ਸਰਵੇਸ ਕੀਤਾ ਗਿਆ ਹੈ ਕਿ ਜਦੋਂ ਵਿੱਚ ਦੋਨਾਂ ਵਿੱਚ ਕੁਝ ਅਗਰ ਕਨਫਲਿਕਟ ਹੁੰਦਾ ਹੈ the actual reason is not the content. It is your body language, not the way it is done. So we tell them how to coordinate your body language, content, and the way it is to be conveyed. And we also have a wonderful tool. I call it a 7 minutes wonderful tool. ਉਹਦੇ 'ਚ ਅਸੀਂ ਕੀ suggest ਕਰਦੇ ਹਾਂ ਕਿ ਤੁਸੀਂ ਜਦੋਂ ਵੀ ਸੌਣ ਲੱਗੋ ਜੀ ਸੌਣ ਤੋਂ ਪਹਿਲੇ ਜੋ ਵੀ ਤੁਹਾਡੇ ਪੁਆਇੰਟ ਆਫ ਡਿਫਰੈਂਸਿਸ ਹੈ ਉਹਨਾਂ ਨੂੰ ਰਿਜ਼ੋਲਵ ਕਰਕੇ ਸੋਣਾ ਸੋ ਦੈਟ ਤੁਹਾਨੂੰ ਬੜੀ ਅੱਛੀ ਮਿੱਠੀ ਨੀਂਦ ਆਵੇ ਜੀ ਐਂਡ ਹੱਗ ਕਰਕੇ ਸੋਣਾ maybe for 5 minutes and ਉਹਦੇ 'ਚ ਕਹੀਦਾ ਕਿ you stop all your mobile TV 7 minutes ਪਹਿਲੇ ਇੱਕ ਜਣਾ ਬੋਲੇਗਾ ਦੂਜੇ ਨੇ ਸੁਣਨਾ ਹੈ ਕੋਈ ਕਿੰਤੂ ਪ੍ਰੰਤੀ ਜੋ ਵੀ ਕੁਝ ਅੱਜ ਹੋਇਆ and then reverse ਉਹ 7 minutes communication ਕੀ ਹੈ ਕਿ ਮਤਲਬ ਕਪਲਸ ਮੇਰੇ ਕੋਲ ਆਉਂਦੇ ਨੇ ਔਰ ਉਹ 15 ਦਿਨ ਕਹਿੰਦੇ ਕਿ ਸਰ ਸਾਡੀ ਕਮਿਊਨੀਕੇਸ਼ਨ ਸਕਿੱਲਸ ਹੈ ਨਾ ਵੱਧ ਗਏ ਨੇ ਉਹ ਕੁਝ ਸਾਨੂੰ ਬੋਲਣ ਲੱਗਦਾ ਮੈਂ ਪਹਿਲੇ ਹੀ ਸਮਝ ਲੈਣਾ ਐਂਡ ਅਗੇਨ ਆਈ ਸੁਜੈਸਟ ਆਲਵੇਜ਼ ਟਰਾਈ ਟੂ ਐਪਰੀਸ਼ੀਏਟ ਅਗਰ ਤੁਸੀਂ ਬੁਰੀ ਚੀਜ਼ ਵੱਲ ਦੇਖੋਗੇ ਨਾ ਤੁਹਾਨੂੰ ਬੁਰਾ ਨਜ਼ਰ ਆਏਗਾ ਯੂ ਕੈਨ ਨੋਟ ਸੇ ਕਿ ਆਈ ਲਵ ਯੂਰ ਲੈਗ ਬਟ ਆਈ ਡੋਂਟ ਲਾਈਕ ਯੂਰ ਆਰਮ ਯੂ ਹੈਵ ਟੂ ਐਕਸੈਪਟ ਇਨ ਟੋਟੈਲਿਟੀ ਸੋ ਜਦੋਂ ਅਸੀਂ ਉਹਨਾਂ ਟੋਟੈਲਿਟੀ ਸਿਖਾਈ ਹੈ ਕਿ ਨੋ ਪਰਸਨ ਇਜ਼ ਪਰਫੈਕਟ ਇਫ ਟਰਾਈ ਟੂ ਐਪਰੀਸ਼ੀਏਟ ਉਹਦੇ ਨਾਲ ਕੀ ਹੈ ਕਿ ਦੂਜਾ ਕੈਰੀਅਰ 'ਚ ਗਰੋ ਕਰੇ ਤੁਸੀਂ ਕੁਝ ਆਪਣੇ ਜਿਹੜੇ ਵੀ ਐਕਸਪੀਰੀਅੰਸਿਸ ਸ਼ੇਅਰ ਕਰੋ ਇਮੋਸ਼ਨ ਸ਼ੇਅਰ ਕਰੋ ਕੁਝ ਜਿੰਨਾ ਮਰਜ਼ੀ ਬਿਜ਼ੀ ਰਹੋ ਫਾਈਂਡ ਸਮ ਟਾਈਮ ਕੁਝ ਮੈਂ ਇਹ ਵੀ ਸੁਜੈਸਟ ਕਰਨਾ ਕਿ ਅਗਰ ਤੁਸੀਂ ਲਾਈਫ 'ਚ ਖੁਸ਼ ਰਹਿਣਾ ਯੂ ਨੀਡ 2 ਥਿੰਗਸ ਹਿਊਮਰ ਐਂਡ ਗਲੈਮਰ ਵਾਹ ਗਲੈਮਰ ਡਜ਼ ਨੋਟ ਮੀਨ ਕਿ ਅਸੀਂ ਹੀਰੋ ਵਗੈਰਾ ਰਹਿਣਾ ਗਲੈਮਰ ਮੀਨਸ ਅਸੀਂ ਬਿਲਕੁਲ ਸਾਫ਼ ਲੈ ਕੇ ਹੋਣਾ ਫੋਰ ਐਗਜ਼ਾਮਪਲ ਮੈਂ ਸ਼ਾਰਟ ਟਿਪਸ ਦੇਣਾ ਹਸਬੈਂਡਸ ਨੂੰ ਕਿ ਯਾਰ ਜਦੋਂ ਵੀ ਤੁਹਾਡੀ ਵਾਈਫ ਕੰਮ ਕਰ ਰਹੀ ਹੋਵੇ ਨਾ ਪਿੱਛੋਂ ਜਾ ਕੇ ਇੱਕ ਹੱਗ ਕਰ ਲਓ ਜਾਂ ਪਾਣੀ ਲੈ ਕੇ ਥੋੜੇ ਛੱਟੇ ਪਾ ਦਿਓ ਉਹਦੇ ਵਿੱਚੋਂ ਜਿਹੜੇ ਤੁਹਾਨੂੰ ਜੈਸਚਰਸ ਆਣਗੇ ਨਾ ਯੂ ਵਿਲ ਨੈਵਰ ਸੇ ਸਿਮਿਲਰਲੀ ਮੈਂ ਵਾਈਫ ਨੂੰ ਕਹਿਣਾ ਹਸਬੈਂਡ ਅਗਰ ਨਹੀਂ ਉੱਠਦੇ ਨਾ ਕੁਛ ਨਹੀਂ ਪਾਣੀ ਦਾ ਮੱਗ ਲਓ ਉਹਨਾਂ ਦੇ ਪਾਣੀ ਤੇ ਪਾ ਦਿਓ ਉਸ ਤੋਂ ਬਾਅਦ ਜਿਹੜਾ ਤੁਹਾਡਾ ਝਗੜਾ ਹੋਏਗਾ ਨਾ this will increase your love so ਇਹਨਾਂ ਦੇ ਛੋਟੇ ਛੋਟੇ ਜਿਹੜੇ ਪੰਗੇ ਲਓਗੇ ਨਾ ਤੁਸੀਂ these are the cornerstones ਲੜਾਈ ਹੋਣੀ ਚਾਹੀਦੀ ਹੈ ਕਪਲਸ ਬਟ ਇੰਨੀ ਨਹੀਂ ਹੋਏ ਐਂਡ ਸੈਕੰਡਲੀ ਮੈਂ ਕਹਿੰਦਾ ਅਗਰ ਇੱਕ ਬੰਦਾ ਰੂਸ ਚਾਹੇ ਨਾ ਮਤਲਬ ਇੱਕ ਗਾਣਾ ਸੁਣਿਆ ਹੋਏਗਾ ਤੁਸੀਂ ਯੂ ਨਾ ਰੂਠਾ ਕਰੋ ਹੈ ਨਾ ਇੱਕ ਕਾਲੀ ਬਾਜੀ ਦਾ ਦੇਖੋ ਰੂਠਾ ਨਾ ਕਰੋ बात नजरों की सुनो सो मैं वही कहना अगर रूस जाए तो ज़्यादा ना मना ले राती ਜਦੋਂ ਸੋਣਾ ਹੈ ਤੁਸੀਂ ਸਭ ਕੁਝ ਡਿਸਕਸ ਕਰਕੇ ਜਿਵੇਂ ਮਾਈਂਡ ਕਲੀਨ ਕਰਨਾ ਹੈ ਉੱਦਾਂ ਕਰਨਾ ਹੈ ਜਿਵੇਂ ਤੁਸੀਂ ਕਾਰ ਕਲੀਨ ਕਰਦੇ ਹੋ ਡੇਲੀ ਆਪਣਾ ਸਬਕੌਂਸ਼ੀਅਸ ਮਾਈਂਡ ਐਂਡ ਕੌਂਸ਼ੀਅਸ ਮਾਈਂਡ ਕਲੀਨ ਕਰਕੇ ਸੋਣਾ ਹੈ ਤੁਹਾਡੀ ਲਾਈਫ 'ਚ ਨਾ ਤੁਹਾਨੂੰ ਕਾਉਂਸਲਿੰਗ ਦੀ ਲੋੜ ਪਏਗੀ ਯੂਰ ਬੱਚੇ ਹੈਪੀ ਹੋਣਗੇ ਐਂਡ ਤੁਸੀਂ ਵੀ ਖੁਸ਼ ਰਹੋਗੇ ਦੈਟ ਇਜ਼ ਦੀ ਕੋਰਨਰਸਟੋਨ ਆਫ ਜੀ ਹੈਪੀ ਮਾਈਂਡ ਅੱਛਾ ਡਾਕਟਰ ਸਾਹਿਬ ਜੋ ਅਸੀਂ ਦੇਖਦੇ ਹਾਂ ਜਿਵੇਂ ਮੀਡੀਆ ਐਕਟ ਐਜ਼ ਅ ਗਨ ਵੀ ਉਹ ਤੁਹਾਡੇ ਦਿਮਾਗ ਤੇ ਵਾਰ ਕਰਦਾ ਵੀ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਬਾਰੇ ਆਪਣਾ ਕੋਈ ਵਿਊ ਪੁਆਇੰਟ ਬਣਾਉਣਾ ਹੈ ਜਾਂ ਯੂ نو ਕਿ ਇੱਕ ਕੋਈ ਚੀਜ਼ ਡਿਵੈਲਪ ਕਰਨੀ ਹੈ ਤਾਂ ਜੋ ਤੁਸੀਂ ਦੇਖਿਆ ਹੁੰਦਾ ਜੋ ਪੜ੍ਹਿਆ ਹੁੰਦਾ ਮੇਰੇ ਕਹਿਣ ਦਾ ਭਾਵ ਹੈ ਵੀ ਉਹ ਦੇਖੀਆਂ ਸੁਣੀਆਂ ਹਰੇਕ ਚੀਜ਼ਾਂ ਕੋਲੈਬੋਰੇਟ ਜਦੋਂ ਹੁੰਦੀਆਂ ਨੇ ਤਾਂ ਇੱਕ ਵਿਊ ਪੁਆਇੰਟ ਬੰਦੇ ਦਾ ਬਣਦਾ ਹੈ ਤਾਂ ਇਸੇ ਤਰ੍ਹਾਂ ਕਿਤੇ ਨਾ ਕਿਤੇ ਵਿਆਹੁਤਾ ਜ਼ਿੰਦਗੀਆਂ ਵਿੱਚ ਵੀ ਐਵੇਂ ਹੈ ਵੀ ਜਿਹੜੇ ਲੋਕ ਲਵ ਮੈਰਿਜਸ ਵਿੱਚ ਇਨਵੋਲਵ ਹੁੰਦੇ ਨੇ ਜਾਂ ਲਵ ਮੈਰਿਜ ਕਰਾਉਂਦੇ ਹੈ ਉਹਨਾਂ ਨੂੰ ਇੱਦਾਂ ਹੀ ਹੁੰਦਾ ਵੀ ਤੂੰ ਪਹਿਲਾਂ ਵਰਗੀ ਨਹੀਂ ਰਹੀ ਕਿਉਂਕਿ ਜਦੋਂ ਵਿਆਹ ਹੋ ਗਿਆ ਤੁਸੀਂ ਫਿਰ 24 ਘੰਟੇ ਨਾਲ ਰਹਿ ਰਹੇ ਹੋ ਵਿਆਹ ਤੋਂ ਪਹਿਲਾਂ ਤੁਸੀਂ ਆਪਣਾ ਚੰਗਾ ਪੱਖ ਹੀ ਅਗਲੇ ਨੂੰ ਦਿਖਾਉਂਦੇ ਹੋ ਹਮੇਸ਼ਾ ਚੰਗੀਆਂ ਫ੍ਰੈਗਰੈਂਸਿਸ ਲੱਗੀਆਂ ਹੁੰਦੀਆਂ ਨੇ ਤੁਸੀਂ ਸਪੈਸ਼ਲੀ ਜਦੋਂ ਮਿਲਣ ਜਾਂਦੇ ਹੋ ਤਿਆਰ ਹੋ ਕੇ ਜਾਂਦੇ ਹੋ ਤੁਸੀਂ ਸੋਹਣੀਆਂ ਗੱਲਾਂ ਹੀ ਕਰੋਗੇ ਪਰ ਵਿਆਹ ਤੋਂ ਬਾਅਦ ਪਤਾ ਲੱਗਦਾ ਵੀ ਇਹ ਤਾਂ ਵੀ ਪਿਆਜ਼ ਨਹੀਂ ਖਾਂਦਾ ਇਹ ਪਰੌਂਠੇ ਨਹੀਂ ਪਸੰਦ ਕਰਦਾ ਜਾਂ ਇਹ ਤਾਂ ਬਹੁਤ ਲੇਟ ਉੱਠਦਾ ਤਾਂ ਉਹ ਤਮਾਮ ਚੀਜ਼ਾਂ ਤੁਸੀਂ ਬੜੀ ਸੋਹਣੀ ਗੱਲ ਕਹੀ ਵੀ ਐਕਸੈਪਟੈਂਸ ਹੋਣੀ ਚਾਹੀਦੀ ਹੈ ਵੀ ਜੇ ਲੱਤ ਪਸੰਦ ਹੈ ਤਾਂ ਬਾਂਹ ਨੂੰ ਵੀ ਪਸੰਦ ਕਰੋ ਹੈ ਨਾ ਵੀ ਉਹਦੀ ਚੰਗੀਆਂ ਔਰ ਮਾੜੀਆਂ ਚੀਜ਼ਾਂ ਨੂੰ ਐਕਸੈਪਟ ਕਰਨਾ ਹੀ ਜ਼ਿੰਦਗੀ ਹੈ ਬਜਾਏ ਕਿ ਜ਼ਿੰਦਗੀ ਦੇ ਵਿੱਚ ਐਡਜਸਟਮੈਂਟਸ ਹੋਣ ਜ਼ਿੰਦਗੀ ਜੇਕਰ ਅਸੀਂ ਅੰਡਰਸਟੈਂਡਿੰਗ ਨਾਲ ਕੱਢੀਏ ਤਾਂ ਉਹ ਫਾਰ ਬੈਟਰ ਹੋ ਸਕਦੀ ਹੈ ਜਿਵੇਂ ਮੈਂ ਤੁਹਾਨੂੰ ਕਿਹਾ ਅਗਰ ਇੱਕ ਸਕੂਨ ਚਾਹੀਦਾ ਹੈ ਪਰਸਨਲ ਲਾਈਫ ਗਲੈਮਰ ਐਂਡ ਹਿਊਮਰ ਕਿਵੇਂ ਕ੍ਰੀਏਟ ਕਰ ਸਕਦਾ ਹੈ ਹਰ ਇੱਕ ਦੀ ਇੱਕ ਆਪਣੀ ਡੈਫੀਨੇਸ਼ਨ ਹੈ ਗਲੈਮਰ ਐਂਡ ਹਿਊਮਰ ਦੀ ਐਂਡ ਦੂਸਰਾ 7 ਮਿੰਟਸ ਕਮਿਊਨੀਕੇਸ਼ਨ ਅਗਰ ਤੁਸੀਂ ਕਰਦੇ ਹੋ ਸੋ ਡੈਫੀਨੇਟਲੀ ਤੁਸੀਂ ਆਪਣੇ ਵਿਊ ਪੁਆਇੰਟਸ ਰੱਖ ਸਕਦੇ ਹੋ ਉਹਦੇ ਨਾਲ ਕੀ ਤੁਹਾਡਾ ਜਿਹੜਾ ਡਿਫਰੈਂਸਿਸ ਨੇ ਉਹ ਘਟਦੇ ਜਾਂਦੇ ਨੇ ਬਾਕੀ ਜਿਹੜੀ ਹੈ ਡਿਸਕਸ਼ਨ ਤੱਕ ਸੀਮਿਤ ਰਹਿਣ ਦਿਓ ਇਟ ਸ਼ੁਡ ਨਾਟ ਇੰਪੈਕਟ ਯੂਰ ਪਰਸਨਲ ਲਾਈਫ ਜੀ ਅੱਛਾ ਡਾਕਟਰ ਸਾਹਿਬ ਵੀ ਲਵ ਮੈਰਿਜ ਹੋਣੀ ਚਾਹੀਦੀ ਹੈ ਜਾਂ ਅਰੇਂਜ ਮੈਰਿਜ ਤੁਸੀਂ ਕੀ ਕਹਿੰਦੇ ਹੋ
आई थिंक ਦੋਨਾਂ 'ਚ ਇੱਕ ਬੜੀ ਅੱਛੀ ਚੀਜ਼ ਹੈ, ਬਟ ਡੈਫੀਨੇਟਲੀ ਅੱਜ ਕੱਲ੍ਹ ਮੈਂ ਇਹ ਕਹਾਂਗੇ ਲਵ ਮੈਰਿਜ ਆਈ ਸਜੈਸਟ। ਪਰ ਕਿਤੇ ਕਿਤੇ ਵਿਦਵਾਨ ਇਹ ਵੀ ਕਹਿੰਦੇ ਆ ਵੀ ਲਵ ਮੈਰਿਜਸ ਵਾਲਿਆਂ ਦੇ ਡਿਵੋਰਸ ਬੜੇ ਹੁੰਦੇ ਆ। ਦੈਟ ਇਜ਼ ਟਰੂ, ਬਿਕੋਜ਼ ਦ ਥਿੰਗ ਇਜ਼ ਦੈਟ ਕਿ ਜਿੰਨੀ ਛੇਤੀ ਅੱਜ ਕੱਲ੍ਹ ਲਵ ਹੁੰਦਾ ਉਹ ਲਵ ਨਹੀਂ ਹੁੰਦਾ, ਇਨਫੈਚੁਏਸ਼ਨ ਹੁੰਦੀ ਹੈ। ਤੇ ਲਵ ਨੂੰ ਲਵ ਕਿਵੇਂ ਮੰਨਿਆ ਜਾਵੇ? ਐਜ਼ ਅ ਕਾਉਂਸਲਰ ਤੁਸੀਂ ਕੀ ਕਹੋਗੇ? ਮੈਂ ਤਾਂ ਲਵ ਇਹ ਕਹਿਣਾ ਕਿ ਤੁਸੀਂ ਜਦੋਂ ਵੀ ਮੈਰਿਜ ਦੇਖੋ ਸਭ ਤੋਂ ਪਹਿਲੇ ਡੂਜ਼ ਐਂਡ ਡੋਂਟਸ ਬਣਾਓ, ਡਿਸਕਸ ਕਰੋ, ਪ੍ਰੀ ਮੈਰਿਟਲ ਕਾਉਂਸਲਿੰਗ ਇਫ ਯੂ ਲਾਈਕ ਯੂ ਕੈਨ ਕਮ ਫਾਰਵਰਡ, ਐਂਡ ਤੁਸੀਂ ਆਪਣਾ ਇੱਕ ਇਹ ਦੇਖੋ what after 1 year after marriage, what after 5 years of marriage, what after 10 years and so on, and ਇੱਕ common goal ਬਣਾਓ, ਆਪਣੀ ਲਾਈਫ ਕਿਵੇਂ ਵਿਜ਼ੂਅਲਾਈਜ਼ ਕਰਨੀ ਉਹ ਦੇਖੋ। ਉਸ 'ਚ ਤੁਸੀਂ ਦੋਨੋਂ ਦੇਖੋ ਕਿ ਦੋਨਾਂ ਦੀ ਇੱਕ ਪੈਰਲਲ ਗਰੋਥ ਹੋਣੀ ਚਾਹੀਦੀ ਹੈ, ਮੇ ਬੀ ਫਾਈਨੈਂਸ, ਮੇ ਬੀ ਕਰੀਅਰ, ਮੇ ਬੀ ਬੱਚਿਆਂ ਨੂੰ ਲੈ ਕੇ, ਐਂਡ ਹੈਪੀਨੈਸ ਟੂ। ਸੋ ਉਹਦੇ ਲਈ ਯੂ ਕੈਨ ਪਲਾਨ, ਔਰ ਅਗਰ ਉਹ ਤੁਸੀਂ ਪਲਾਨ ਕੀਤੀ ਗਈ ਨਾ ਉਹਦੇ 'ਚ ਮੈਂ ਦੇਖਿਆ ਕਿ ਤੁਹਾਡੇ ਨਾਲ ਡਾਈਵੋਰਸ ਦੇ ਚਾਂਸਸ ਬੜੇ ਘੱਟ ਹੁੰਦੇ ਨੇ। ਇਮੋਸ਼ਨਲੀ ਜਿਹੜੀ ਲੋਨਲੀਨੈਸ ਹੈ ਜਿਹੜੀ ਫੀਲ ਕਰਦੇ ਆ ਲੋਕੀ ਰਿਲੇਸ਼ਨ ਵਿੱਚ, ਐਸਾ ਕੀ ਹੋ ਜਾਂਦਾ ਜਦੋਂ ਆਪਾਂ ਕਹਿ ਰਹੇ ਹਾਂ ਵੀ ਲਵ ਮੈਰਿਜ ਠੀਕ ਹੈ ਵੀ ਬੰਦੇ ਨੂੰ ਵਿਆਹ ਤੋਂ ਪਹਿਲਾਂ ਜਾਣਨਾ ਇੱਕ ਚੰਗਾ ਪੱਖ ਹੋ ਸਕਦਾ ਹੈ, ਮਤਲਬ ਇੱਕ ਪੱਖ ਨੂੰ ਜੇ ਆਪਾਂ ਲਈਏ, ਪਰ ਇਸ ਤਰ੍ਹਾਂ ਕੀ ਹੋ ਜਾਂਦਾ ਵੀ ਪਹਿਲਾਂ ਤਾਂ ਤੁਸੀਂ ਮਾਂ ਪਿਓ ਨਾਲ ਲੜ ਕੇ ਪੂਰੀ ਦੁਨੀਆ ਨਾਲ ਝਗੜਾ ਕਰਕੇ ਵਿਆਹ ਕਰਾਉਂਦੇ ਹੋ। ਇਸ ਵਿੱਚ ਦੋ ਫੈਕਟਰਸ ਨੇ ਵੀ, ਜਾਂ ਤਾਂ ਉਸ ਟਾਈਮ ਉਮਰ ਇੱਦਾਂ ਦੀ ਹੁੰਦੀ ਹੈ, ਜਨੂਨ ਐਵੇਂ ਦਾ ਹੁੰਦਾ ਹੈ ਵੀ ਤੁਹਾਨੂੰ ਬਾਕੀ ਸਾਰੇ ਪਾਗਲ ਲੱਗ ਰਹੇ ਹੁੰਦੇ, ਤੁਹਾਨੂੰ ਇੱਦਾਂ ਲੱਗਦਾ ਮੈਂ ਦੁਨੀਆ 'ਚ ਸਭ ਤੋਂ ਸਿਆਣਾ, ਅਤੇ ਦੂਸਰਾ ਇਹ ਹੁੰਦਾ ਵੀ ਇਸ ਤਰ੍ਹਾਂ ਕਿਉਂ ਹੋਇਆ, ਇੱਕਦਮ ਹੀ ਤੁਹਾਡਾ ਟੇਸਟ ਕਿਵੇਂ ਚੇਂਜ ਹੋ ਗਿਆ, ਫਿਰ ਐਕਸਟਰਾ ਮੈਰਿਟਲ ਦੇ ਵਿੱਚ ਇਨਵੋਲਵ ਹੋਣ ਦੀ ਕੀ ਜ਼ਰੂਰਤ ਆਣ ਖੜੀ ਹੋਈ? ਬੇਸਿਕਲੀ ਕੀ ਉਸ ਨੂੰ ਮੈਂ ਇਨਫੈਚੁਏਸ਼ਨ ਕਹਿੰਦਾ। ਜਿਹੜਾ ਲਵ ਹੁੰਦਾ ਨਾ ਉਸ 'ਚ ਦਰਾਰ ਨਹੀਂ ਪੈ ਸਕਦੀ। ਜਿਹੜੀ ਉਹ ਤੁਸੀਂ ਕਹਿ ਰਹੇ ਹੋ ਨਾ ਕਿ ਇੱਕੋ ਦਮ ਪਹਿਲੇ ਲਵ ਐਟ ਸਾਈਟ ਹੋਇਆ, ਫਿਰ ਪਿਆਰ ਹੋਇਆ, ਫਿਰ ਐਕਸਟਰਾ ਮੈਰਿਟ, ਦੈਟ ਇਜ਼ ਨੋਟ ਲਵ, ਦੈਟ ਇਜ਼ ਇਨਫੈਚੁਏਸ਼ਨ। ਬਾਕੀ ਇੱਕ ਐਕਸਟਰਾ ਮੈਰਿਟਲ ਦੇ ਹੁੰਦੇ ਕਿ ਸਾਡਾ ਜਾਂ ਤਾਂ ਕਿਸੇ ਸਪਾਊਸ ਕੋਲ ਟਾਈਮ ਹੈ ਨਹੀਂ, ਜਾਂ ਅੰਡਰਸਟੈਂਡਿੰਗ ਨਹੀਂ ਹੈ, ਜਾਂ ਆਈਵ ਸੀਨ ਦੈਟ ਮੈਨੀ ਕਪਲ ਦੇ ਕਿ ਜਦੋਂ ਅਸੀਂ ਮਤਲਬ ਬੈੱਡ 'ਤੇ ਜਾਂਦੇ ਸਾਡੀ ਬਹੁਤ ਲੜਾਈ ਹੁੰਦੀ ਹੈ, ਦੈਨ ਵੀ ਡੋਂਟ ਫੀਲ ਲਾਈਕ। ਸੋ ਇੱਕ ਜਿਹੜਾ ਪਤੀ ਪਤਨੀ ਦਾ ਧਰਮ ਹੁੰਦਾ ਹੈ ਉਹ ਵੀ ਇੱਕ ਬੜਾ ਅਟਰੈਕਸ਼ਨ ਹੁੰਦੀ ਹੈ। ਸੋ ਮੈਰਿਜ ਤੋਂ ਬਾਅਦ ਟਰਾਈ ਕਿ ਜਿਵੇਂ ਕਿ ਨੋਰਮਲੀ ਕਿ ਜਿਹੜਾ ਕਿ ਸੈਕਸ ਨੂੰ ਬਹੁਤ ਬੁਰਾ ਸਮਝਿਆ ਜਾਂਦਾ ਹੈ, ਬਟ ਇਨਫੈਕਟ ਸਾਨੂੰ ਸੈਕਸ ਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ। ਅਗਰ ਤੁਸੀਂ ਅੰਗਰੇਜ਼ਾਂ ਨੂੰ ਦੇਖੋ, ਉਹ ਜਿਹੜੇ ਹਸਬੈਂਡ ਐਂਡ ਵਾਈਫ ਦੇ ਜਿਹੜੇ ਕਰਤ ਹੁੰਦੇ ਨੇ ਉਹਨੂੰ ਬੜਾ ਇੱਕ ਸ਼ਾਨਦਾਰ ਵੇ ਨਾਲ ਬਣਾਉਂਦੇ ਨੇ। ਫੋਰ ਐਗਜ਼ਾਮਪਲ ਇਫ ਦੇ ਵਾਂਟ ਟੂ ਇੰਜੋਏ ਦੇਅਰ ਲਿਵ, ਉਹ ਆਪਣੇ ਬੈਡਰੂਮ 'ਚ ਕੋਈ ਬੜੀ ਅੱਛੀ ਫ੍ਰੈਗਰੈਂਸ ਲਗਾਉਣਗੇ, ਬੜਾ ਅੱਛਾ ਮਿਊਜ਼ਿਕ ਲਗਾਉਣਗੇ, ਉਸ ਤੋਂ ਬਾਅਦ ਕੋਈ ਗੱਲ ਕਰਨਗੇ, ਦੇ ਵਿਲ ਹੈਵ ਸ਼ੈਂਪੇਨ ਐਂਡ ਵਾਟ ਐਵਰ, ਐਂਡ ਉਸ ਤੋਂ ਬਾਅਦ ਦੇ ਵਿਲ ਗੋ ਟੂ ਬੈਡ। ਮੀਨਸ ਜਿਹੜਾ ਵੀ ਅਸੀਂ 10 ਜਾਂ 15 ਮਿੰਟ ਕਰਨਾ ਚਾਹੁੰਦੇ ਹਾਂ ਉਹ ਆਪਣੀ ਈਵਨਿੰਗ ਬੜੀ ਯਾਦਗਾਰ ਬਣਾਉਂਦੇ, ਕੈਂਡਲ ਲਾਈਟ ਡਿਨਰ ਬਣਾਉਣਗੇ, ਦੇ ਵਿਲ ਗੋ ਫॉर ਆਊਟਿੰਗਸ। ਇੰਡੀਆ ਵਿੱਚ ਇੱਦਾਂ ਦੀ ਚੀਜ਼ਾਂ ਨਹੀਂ ਹੈ, ਅਜੇ ਵੀ ਮੋਸਟਲੀ ਜੁਆਇੰਟ ਫੈਮਲੀਜ਼ ਨੇ, ਐਂਡ people do not about such things, but such to again coming to that glamour and humor, ਅਗਰ ਤੁਹਾਡੀ ਲਾਈਫ ਵਿੱਚ ਹੈ ਨਾ ਇੱਦਾਂ ਦੀ ਚੀਜ਼ਾਂ ਨਹੀਂ ਹੋ ਸਕਦੀਆਂ, ਐਂਡ ਇਹ ਤੁਹਾਡਾ ਕਹਿਣ 'ਚ ਨਹੀਂ ਹੋਣਾ ਚਾਹੀਦਾ, ਇਟ ਸ਼ੁੱਡ ਅਪੀਅਰ ਟੂ ਬੀ ਡਨ। ਜਿਵੇਂ ਕਹਿੰਦੇ ਨਾ ਜਸਟਿਸ ਡਿਲੇਡ ਜਾਂ ਇਜ਼, ਹੈ ਨਾ, ਤਾਂ ਉਹਦੇ ਕਾਰਨ ਨਾਲ ਹੈ ਕਿ ਗਲੈਮਰ ਐਂਡ ਹਿਊਮਰ ਇਟ ਸ਼ੁੱਡ ਆਲਸੋ ਅਪੀਅਰ ਟੂ ਬੋਥ ਦੀ ਕਪਲ। ਅਗਰ ਦੋਨਾਂ ਨੂੰ ਕਪਲ ਹੋ ਗਿਆ ਤੇ ਇਹਦੇ 'ਚ ਵਿਲ ਇੰਜੋਏ ਯਰ ਲਾਈਫ। ਜੀ ਅੱਛਾ, ਇਸ ਤੋਂ ਇਲਾਵਾ ਜਿਹੜੀ ਡਿਵੋਰਸ ਰੇਸ਼ੋ ਦੀ ਆਪਾਂ ਗੱਲ ਕੀਤੀ ਵੀ ਬਹੁਤ ਜ਼ਿਆਦਾ ਵੱਡੇ ਲੈਵਲ 'ਤੇ ਡਿਵੋਰਸ ਹੋ ਰਹੇ ਹੈ ਇੰਡੀਆ ਦੇ ਵਿੱਚ ਦੇਖੇ ਜਾ ਰਹੇ ਹੈ ਹੁਣ, ਮਤਲਬ ਇਹ ਅਲਾਰਮਿੰਗ ਸਿਚੁਏਸ਼ਨ ਹੋ ਗਈ ਹੈ। ਇਸ ਤਰ੍ਹਾਂ ਦਾ ਕੀ ਹੁੰਦਾ ਵੀ 30 ਸਾਲ ਬਾਅਦ ਵਿਆਹ ਤੋਂ ਡਿਵੋਰਸ ਹੋ ਜਾਂਦਾ ਬੰਦੇ ਦਾ, ਮਤਲਬ 30 ਸਾਲ ਤੁਸੀਂ ਇਕੱਠੇ ਰਹਿ ਲਿਓ ਅਤੇ ਹੁਣ ਜਦੋਂ ਪਿੱਛੇ ਬਚੇ ਹੀ ਨਹੀਂ ਕੁਛ ਤੇ ਉਦੋਂ ਡਿਸਾਈਡ ਕਰ ਲੈਂਦੇ ਵੀ ਨਹੀਂ ਵੀ ਡਿਵੋਰਸ ਲੈਣਾ ਚਾਹੀਦਾ ਹੈ, ਐਸਾ ਕੀ ਹੁੰਦਾ? ਇਹ ਇੱਕ ਇਹਦਾ ਮੈਂ ਤੁਹਾਡਾ ਸ਼ਾਰਟਲੀ ਮੈਂ ਤੁਹਾਡਾ ਕੁਐਸਚਨ ਨੂੰ ਥੋੜ੍ਹਾ ਜਿਹਾ ਆਨਸਰ ਡਿਬੇਟ ਕਰ ਰਿਹਾ। ਅੱਜ ਕੱਲ੍ਹ ਜਿਹੜਾ ਇੰਡੀਅਨ ਲਾਅ ਹੈ ਦੈਟ ਇਜ਼ ਇਨ ਦੀ ਫੇਵਰ ਆਫ ਲੇਡੀਜ਼। ਨੋਰਮਲੀ ਕੀ ਹੁੰਦਾ ਹੈ ਕਿ ਜਿਹੜੇ ਅੱਜ ਕੱਲ੍ਹ ਕਈ ਪੇਰੈਂਟਸ ਨੇ ਲੜਕੀਆਂ ਦੇ ਉਹ ਬੜੇ ਲਾਲਚੀ ਹੋ ਗਏ ਨੇ, ਬਿਕੋਜ਼ ਅਗਰ 7 ਸਾਲ ਤੱਕ ਕੁਛ ਵੀ ਹੋ ਜਾਏ ਇਟ ਇਜ਼ ਕੰਸੀਡਰ ਟੂ ਬੀ ਅ ਡੋਰੀ ਕੇਸ। ਉਹਦੇ 'ਚ ਕੀ ਹੈ ਕਿ ਨੋਰਮਲੀ ਮਤਲਬ ਉਹ ਦੇਖਦੇ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਨੇ ਹਸਬੈਂਡ ਨੂੰ, ਉਸ ਤੋਂ ਬਾਅਦ ਉਹਨਾਂ ਨੂੰ ਇੱਕ ਅੱਛੀ ਐਲਮਨੀ ਮਿਲਦੀ ਹੈ, ਡਾਈਵੋਰਸ ਤੋਂ ਬਾਅਦ ਕੁਛ ਲੈਣਾ ਸ਼ੁਰੂ ਕਰਦੇ ਹੈ, ਦੈਨ ਰੀ ਮੈਰਿਜ ਐਂਡ ਆਲ ਦੈਟ। ਆਈ ਨੋ ਅ ਕੇਸ, ਆਈ ਹੈਂਡਲਡ ਵਨ ਕੇਸ ਦੈਟ ਲੇਡੀਜ਼ ਵਾਜ਼ ਵੈਰੀ ਬਿਊਟੀਫੁਲ, ਉਹਦੀ ਅੱਛੀ ਇੱਕ ਇੰਡਸਟਰੀ ਨਾਲ ਮੈਰਿਜ ਹੋਈ। ਸੋ ਪਹਿਲੀ ਮੈਰਿਜ ਤੋਂ ਬਾਅਦ 2 ਸਾਲ ਅੱਛੇ ਰਹੇ, ਦੈਨ ਉਸ ਤੋਂ ਬਾਅਦ ਉਹਨੇ ਇੱਕ ਕੈਨਾਲ ਦੀ ਕੋਠੀ ਲੈ ਲਈ ਐਂਡ ਇੱਕ ਅੱਛਾ ਬੈਂਕ ਬੈਲੈਂਸ ਲੈ ਲਿਆ, ਸ਼ੀ ਵਾਜ਼ ਬਿਊਟੀਫੁਲ। ਉਸ ਤੋਂ ਬਾਅਦ ਸ਼ੀ ਵੈਂਟ ਕਿਤੇ ਜੋਬ ਕਰਨੀ ਸ਼ੁਰੂ ਕੀਤੀ। ਸੋ ਉਸ ਤੋਂ ਬਾਅਦ ਉਹ ਜਿਸ ਕੰਪਨੀ 'ਚ ਕੰਮ ਕਰਦੇ ਉਹਦੇ ਓਨਰ ਨਾਲ ਉਹਦਾ ਅਫੇਅਰ ਹੋ ਗਿਆ, ਬਾਅਦ 'ਚ ਮੈਰਿਜ ਹੋ ਗਈ, ਬਟ ਆਫਟਰ 3 years had a son and again same problem।
ਬਟ ਅਗੇਨ ਉਹ ਉਹਨੇ ਆਪਣਾ ਇੰਨਾ ਕੁਨੇ ਮਾਰਿਆ, ਪਤਾ ਨਹੀਂ ਕਰੋੜਾਂ ਰੁਪਇਆ ਲਿਆ, ਐਂਡ ਉਸ ਤੋਂ ਬਾਅਦ ਸਾਨੂੰ ਡਿਸਓਨ ਕਰਤਾ, ਐਂਡ ਉਸ ਤੋਂ ਬਾਅਦ ਕੁਝ ਦੇਰ ਇਕੱਲੇ ਰਹੀ, ਐਂਡ ਸ਼ੀ ਵਾਜ਼ ਵੈਰੀ ਬਿਊਟੀਫੁਲ ਐਂਡ ਵੈਰੀ ਐਲੀਗੈਂਟ ਲੇਡੀ ਅਗਰ ਦੇਖਿਆ ਜਾਏ। ਉਸ ਤੋਂ ਬਾਅਦ ਇੱਕ ਹੋਰ ਇੰਡਸਟਰੀ ਨਾਲ ਸ਼ੀ ਗੋਟ ਮੈਰਿਡ, 6 ਸਾਲ ਉਹਦੇ ਨਾਲ ਚਲਦੀ ਰਹੀ, ਐਂਡ ਉਸ ਤੋਂ ਵੀ ਥਰਡ ਡਾਈਵ, ਐਂਡ ਨਾਓ ਡੇ ਸ਼ੀ ਇਜ਼ ਅਲੋਨ, ਬਟ ਸ਼ੀ ਇਜ਼ ਦਾ ਓਨਰ ਆਫ ਕਰੋੜਸ ਆਫ ਰੁਪੀਜ਼। ਸੋ ਕਈ ਲੇਡੀਜ਼ ਐਸੀਆਂ ਨੇ ਇਸ ਚੀਜ਼ ਦਾ ਜਿਹੜਾ ਇੰਡੀਅਨ ਲਾਅ ਹੈ ਉਸ ਦਾ ਵੀ ਮਿਸਯੂਟੀਲਾਈਜ਼ ਕਰ ਲੈਂਦੀਆਂ ਨੇ। ਸੋ ਆਫਟਰ 30 years ਵੀ ਯੂ ਨੈਵਰ ਨੋ ਕਿ ਕਦੀ ਤੱਕ ਹੋ ਸਕਦਾ ਹੈ ਕਿ ਕੰਪਰੋਮਾਈਜ਼ ਕੋਈ ਮਤਲਬ ਵਨ ਆਫ ਦਾ ਕਪਲ ਪਾਰਟਨਰ ਕਰਦਾ ਹੋਵੇ, ਬਾਅਦ 'ਚ ਕਦੀ ਐਸਾ ਲੈਵਲ ਆ ਜਾਂਦਾ ਹੈ ਕਿ ਜਾਂ ਹੋ ਸਕਦਾ ਉਹਦੇ ਜਦੋਂ ਬੱਚੇ ਵੱਡੇ ਹੁੰਦੇ ਨੇ ਦੇ ਇਨਸਾਈਟ ਵਾਈ ਯੂ ਟੋਲਰੇਟ। ਫੋਰ ਐਗਜ਼ਾਮਪਲ ਜਿਵੇਂ ਕੋਈ ਕਿਸੇ ਦਾ ਹਸਬੈਂਡ ਹੈ, ਪੀ ਕੇ ਆਉਂਦਾ ਹੈ, ਉਹਨੂੰ ਕੁੱਟਦਾ ਹੈ, ਪਹਿਲੇ ਤਾਂ ਜਨਾਨੀ ਕੋਲ ਕੁਝ ਆਊਟਲੈਟ ਨਹੀਂ ਹੁੰਦਾ, ਬਟ ਜਦੋਂ ਬੱਚੇ ਵੱਡੇ ਹੁੰਦੇ ਨੇ, ਫਾਈਨੈਂਸ਼ਲੀ ਸਾਊਂਡ ਹੁੰਦੇ ਨੇ, ਉਹ ਆਪਣੀ ਮਦਰ ਨੂੰ ਟ੍ਰਿਗਰ ਕਰਦੇ ਨੇ ਕਿ ਤੂੰ ਮਾਂ ਦੀ ਕਿਉਂ, ਤੂੰ ਪਾਪਾ ਦੀ ਕਿਉਂ ਸੁਣਦੀ ਰਹਿੰਦੀ ਹੈ। ਉਸ ਟਾਈਮ ਵੀ ਨੈਚੁਰਲੀ ਉਹ ਜਿਹੜਾ ਉਹਦੇ 'ਚ ਇੱਕ ਕੁੱਟਣ ਹੁੰਦੀ ਹੈ, ਉਹ ਕੁੱਟਣ ਇੱਕੋ ਦਮ ਨਿਕਲ ਕੇ ਆ ਜਾਂਦੀ ਹੈ। ਸੋ ਦੈਟ ਟਰਨਸ ਇਨਟੂ ਡਾਈਵੋਰਸ ਐਂਡ ਇਟ ਕੈਨ ਬੀ ਵਾਈਸ ਵਰਸਾ ਆਲਸੋ। ਬਿਲਕੁਲ। ਓਕੇ ਡਾਕਟਰ ਸਾਹਿਬ, ਹੁਣ ਸਮੇਂ ਦੀ ਸੀਮਾ ਨੂੰ ਧਿਆਨ 'ਚ ਆਪਾਂ ਨੂੰ ਰੱਖਣਾ ਪੈਣਾ। ਜਾਂਦੇ ਜਾਂਦੇ ਹੁਣ ਕਹੋਗੇ ਕੀ ਓਵਰਆਲ ਜਿਹੜੀ ਅੱਜ ਦੀ ਆਪਾਂ ਡਿਸਕਸ਼ਨ ਕੀਤੀ? ਮੈਂ ਓਵਰਆਲ ਕਹਾਂਗਾ ਕਿ ਮੈਰਿਜ ਡੈਫੀਨੇਟਲੀ ਜਿਵੇਂ ਸਾਡੇ ਬਜ਼ੁਰਗ ਕਹਿੰਦੇ ਆ, ਇਟ ਇਜ਼ ਜੋੜੀਆਂ ਸਵਰਗ ਤੋਂ ਬਣ ਕੇ ਆਉਂਦੀਆਂ ਹੈ, ਬਟ ਉਹ ਇਹ ਵੀ ਕਹਿੰਦੇ ਸਵਰਗ ਵੀ ਇੱਥੇ, ਨਰਕ ਵੀ ਇੱਥੇ ਹੈ। ਅਗਰ ਤੁਸੀਂ ਸਵਰਗ ਬਣਾ ਕੇ ਰੱਖਣਾ ਚਾਹੁੰਦੇ ਹੋ, ਹਮੇਸ਼ਾ ਆਪਣੀ ਲਾਈਫ ਵਿੱਚ ਪਰਸਨਲੀ ਐਂਡ ਕੋਲੈਕਟਿਵਲੀ ਇੱਕ ਤੁਸੀਂ ਹਿਊਮਰ ਅਤੇ ਗਲੈਮਰ ਦਾ ਜ਼ੋਰ ਦਿਓ, ਇੱਕ ਦੂਜੇ ਨੂੰ ਹਮੇਸ਼ਾ ਐਪਰੀਸ਼ੀਏਟ ਕਰੋ, ਗਲਤੀਆਂ ਕੱਢਣ ਦੀ ਕੋਸ਼ਿਸ਼ ਨਾ ਕਰੋ, ਟਰਾਈ ਟੂ ਫਾਈਂਡ ਆਊਟ ਕਿ ਤੁਹਾਨੂੰ ਜਿੰਨੀ ਵਾਰੀ ਇੱਕ ਦੂਜੇ ਨੂੰ ਕੰਪਲੀਮੈਂਟ ਦੇ ਸਕਦੇ ਹੋ ਦਿਓ, ਔਰ ਕੋਸ਼ਿਸ਼ ਕਰੋ ਕਿ ਤੁਹਾਡੇ ਐਫਰਟਸ ਨਾਲ ਕਿ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਲਾਈਫ 'ਚ ਕਿਵੇਂ ਜ਼ਿਆਦਾ ਖੁਸ਼ ਰਹੇ। ਮੋਰਓਵਰ ਤੁਸੀਂ ਆਪਸ ਦੀ ਜਿਹੜੀ ਆਪਣੀ ਮਦਰ ਫਾਦਰ ਨਾਲ ਅਗਰ ਕੁਝ ਗੱਲ ਵੀ ਹੋ ਗਈ ਹੈ ਉਹਨਾਂ ਨਾਲ ਸ਼ੇਅਰ ਨਹੀਂ ਕਰਨੀ, ਤੁਸੀਂ ਇੱਕ 7 ਮਿੰਟਸ ਕਮਿਊਨੀਕੇਸ਼ਨ ਰੱਖੋ, ਔਰ ਜਦੋਂ ਵੀ ਤੁਹਾਨੂੰ ਲੱਗੇ ਕਿ ਖੁਸ਼ੀਆਂ ਦੀ ਕਮੀ ਹੈ, ਟਰਾਈ ਟੂ ਗੋ ਫॉर ਅ ਲੌਂਗ ਟੂਰ, ਇੰਜੋਏ ਕਰੋ। ਅਗਰ ਬੱਚੇ ਵੀ ਹੈ ਉਹਨਾਂ ਨੂੰ ਲੈ ਜਾਓ, ਡੇਲੀ ਆਪਣੀ ਡਿਸਕਸ਼ਨ ਕਰੋ, ਔਰ ਜਦੋਂ ਵੀ ਤੁਹਾਨੂੰ ਲੱਗੇ ਪਨਕ ਲੱਗੇ ਕਿ ਹੁਣ ਕੁਝ ਇੱਦਾਂ ਦਾ ਹੋਣ ਵਾਲਾ ਹੈ, ਆਲਵੇਜ਼ ਗੋ ਟੂ ਅ ਕਾਉਂਸਲਰ ਐਂਡ ਬਿਲੀਵ ਯੂ ਮੀ ਮਾਈ ਫਰੈਂਡਸ, ਅਗਰ ਤੁਸੀਂ ਕਾਉਂਸਲਰ ਕੋਲ ਜਾਂਦੇ ਹੋ ਔਰ ਅਗਰ ਉਹ ਕਾਉਂਸਲਰ ਇੱਕ ਅੱਛਾ ਕਾਉਂਸਲਰ ਹੈ, ਉਹ ਤੁਹਾਡੀ ਮੈਰਿਜ ਕਦੀ ਟੁੱਟਣ ਨਹੀਂ ਦਊਗਾ। ਐਂਡ ਤੁਸੀਂ ਦੇਖ ਲਓਗੇ ਕਿ ਜਦੋਂ ਤੁਹਾਡੇ ਕਾਉਂਸਲਿੰਗ ਸੈਸ਼ਨਸ ਹੋਣਗੇ, ਤੁਹਾਡੀ ਲਾਈਫ ਵਿੱਚ ਪਰਸਨਲੀ ਕੋਲੈਕਟਿਵ ਕਿੰਨਾ ਨਿਖਾਰ ਆਏਗਾ। ਸੋ ਮਾਈ ਡੀਅਰ ਫਰੈਂਡਸ, ਨੈਵਰ ਫੀਲ ਸ਼ਾਈ ਆਫ ਟੇਕਿੰਗ ਕਾਉਂਸਲਿੰਗ ਫਰੋਮ ਅ ਕੁਆਲੀਫਾਈਡ ਕਾਉਂਸਲਰ। ਥੈਂਕ ਯੂ ਵੈਰੀ ਮਚ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ, ਬੜੀ ਆਲਾ ਆਪਾਂ ਗੱਲਬਾਤ ਕੀਤੀ। ਸੋ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਸਾਰਿਆਂ ਨੂੰ ਮਜ਼ੇਦਾਰ ਲੱਗੀ ਹੋਏਗੀ। ਜਿਹੜੀ ਡਾਕਟਰ ਸਾਹਿਬ ਨੇ ਇੱਕ ਕੋਈ ਪੁਆਇੰਟ 'ਤੇ ਜ਼ੋਰ ਦਿੱਤਾ ਹੈ, ਹਿਊਮਰ ਔਰ ਗਲੈਮਰ। ਸੋ ਇੱਕ ਮੈਂ ਗੱਲ ਜ਼ਰੂਰ ਕਹੂੰਗੀ ਵੀ ਛੋਟੇ ਛੋਟੇ ਮਾਰਿਓ ਧਿਆਨ ਨਾਲ, ਕਿਤੇ ਜ਼ਿਆਦਾ ਹੀ ਨਾ ਕਲੇਸ਼ ਪੈ ਜਾਵੇ ਵੀ ਫਿਰ ਡਾਕਟਰ ਸਾਹਿਬ ਕੋਲ ਆਉਣ ਦੀ ਜ਼ਰੂਰਤ ਪੈ ਜਾਏ ਤੁਹਾਨੂੰ। ਖੈਰ, ਅੱਜ ਦਾ ਪ੍ਰੋਗਰਾਮ ਮੈਨੂੰ ਵੀ ਪਰਸਨਲੀ ਬੜਾ ਮਜ਼ੇਦਾਰ ਲੱਗਿਆ। ਪ੍ਰੋਗਰਾਮ ਸਲੀਕਾ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਗੁਰਨੀਤ ਨੂੰ ਇਜਾਜ਼ਤ ਦਿਓ ਇਸ ਨੂੰ ਇੱਥੇ ਖਤਮ ਕਰਨ ਦੀ। ਤੁਸੀਂ ਦੇਖਦੇ ਰਹੋ ਦਾ ਅਨਮਿਊਟ।